सठ संगत आप सब माई भाई जितने भी सतगुरु जी की पवित्र हजूरी विच पहुंचे हो, सारे अपनी रसना की सफलता वास्ते शब्द विच बोलण की खेचल करो। रोज़ वांग पहले हिस्से विच दास बोलेगा, दूसरे हिस्से विच सब भाई, और तीसरे हिस्से विच सब बीबियां भी शब्द विच बोल के अपनी रसना पवित्र बनाओ। ऐसिया गुरां तो जी मैं बल बल जावा, ऐसिया गुरां तो जी मैं बल बल जावा।
ऐसा गुरा तो जी मैं बल बल, ऐसा गुरा तो जी मैं बल बल जावा। बल बल जावा, बल बल जावा, बल बल जावा जी मैं बल बल जावा। बल बल जावा, बल बल जावा, बल बल जावा जी मैं बल बल जावा। ऐसा गुरा तो जी मैं बल बल जावा, ऐसा गुरा तो जी मैं बल बल जावा। नारायण नरपत नमस्कार, ऐसे गुरु को बल बल जाइए आप मुक्त मोहि तारै। कवन 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 गुण कहिए अंत नहीं किछ पारै। लाख 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 कई कोरै, को है ऐसो विचारै। विषम 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 ही भई है, लाल गुलाल रंगारै। कहो नानक संतन रस आई है, ज्यों चाक गूंगा मुस्कारै। ऐसा गुरा तो जी मैं बल बल जावा, ऐसा गुरा तो जी मैं बल बल जावा। ऐसा गुरा तो जी मैं बल बल, ऐसा गुरा तो जी मैं बल बल जावा। बल बल जावा, बल बल जावा, बल बल जावा नी मैं बल बल जावा। बल बल जावा नी मैं बल बल जावा, बल जावा नी मैं बल बल जावा।
बल जावा, बल बल जावा, बल बल जावा जी मैं बल बल जावा। ऐसा गुरा तो मैं बल बल जावा, ऐसा गुरा तो जी मैं बल बल जावा। साध संगत काफ़ी समय तो आप सतगुਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੇ ਕੀਰਤਨ, ਗੁਰਮਤਿ ਦੀਆਂ, ਗੁਰ ਇਤਿਹਾਸ ਦੀਆਂ ਵਿਚਾਰਾਂ ਸਰਵਣ ਕਰ ਰਹੇ ਹੋ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੁਆਰਾ ਕੀਤੇ ਉਪਕਾਰ ਮਨੁੱਖਤਾ ਵਾਸਤੇ ਉਹਨਾਂ ਨੇ ਦਿੱਤੀ ਵੀ ਲਾਸਾਨੀ ਕੁਰਬਾਨੀ, ਉਹਨਾਂ ਨੇ ਮਹਾਨ ਪਵਿੱਤਰ ਸ਼ਹਾਦਤ ਪ੍ਰਤੀ ਆਪਣੀ ਕ੍ਰਿਤਗਤਾ ਪ੍ਰਗਟ ਕਰਨ ਵਾਸਤੇ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਪਹੁੰਚੇ ਹੋ। ਸਤਿਕਾਰਯੋਗ ਗਿਆਨੀ ਜੀ ਦੇ ਪਾਸੋਂ ਆਪਨੇ ਬਹੁਤ ਕੁਝ ਸਰਵਣ ਕਰ ਲਿਆ ਹੈ। ਰਹਿੰਦਾ ਸਮਾਂ ਵੀ ਆਪਾਂ ਇਸੇ ਤਰ੍ਹਾਂ ਗੁਰੂ ਕਾ ਪਵਿੱਤਰ ਜਸ ਕਰਕੇ ਸਤਿਗੁਰੂ ਜੀ ਦੇ ਕੀਤੇ ਉਪਕਾਰਾਂ ਨੂੰ, ਉਹਨਾਂ ਦੁਆਰਾ ਦਿੱਤੀ ਕੁਰਬਾਨੀ ਨੂੰ ਯਾਦ ਕਰਕੇ ਸਫਲਾ ਬਣਾਉਣਾ ਹੈ। ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਆਪਣੇ ਆਪ ਦੇ ਵਿੱਚ ਅਦੁੱਤੀ ਹੈ, ਲਾਸਾਨੀ ਹੈ। ਉਹਨਾਂ ਦੀ ਸ਼ਹਾਦਤ ਦਾ ਕਾਰਨ ਨਾ ਕੋਈ ਪਰਿਵਾਰਕ ਰੰਜਿਸ਼ ਹੀ ਸੀ, ਔਰ ਨਾ ਹੀ ਹੋਰ ਕੋਈ ਘਰੋਗੀ ਝਗੜਾ ਹੀ ਸੀ। ਕਈ ਵਾਰ ਇਤਿਹਾਸਕਾਰ ਜਾਂ ਵਿਦਵਾਨ ਉਹਨਾਂ ਦੀ ਸ਼ਹਾਦਤ ਦੇ ਨਾਲ ਸੰਬੰਧਿਤ ਕਿਸੇ ਐਸੇ ਫੈਕਟਰ ਨੂੰ ਹਾਈਲਾਈਟ ਕਰ ਦਿੰਦੇ ਨੇ ਜਿਸ ਤੋਂ ਕਈ ਵਾਰ ਮੁਗਾਲਸਾ ਲੱਗ ਜਾਂਦਾ ਹੈ। ਪਰ ਸਾਧ ਸੰਗਤ ਐਸਾ ਨਹੀਂ ਸੀ। ਹੁਣ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਚਾਰ ਕੀਤੀ ਕਿ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਤੱਕ ਜਦੋਂ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਪ੍ਰਫੁੱਲਿਤ ਹੋ ਗਿਆ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰੋਕਾਰਾਂ ਦੀ ਜਮਾਤ ਪੂਰੀ ਤਰ੍ਹਾਂ ਜਥੇਬੰਦ ਹੋ ਗਈ। ਗੁਰਸਿੱਖਾਂ ਨੇ
ਜੀਵਨ ਦੇ ਹਰ ਖੇਤਰ ਦੇ ਵਿੱਚ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰਨੀਆਂ ਸ਼ੁਰੂ ਕੀਤੀਆਂ। ਵੱਡੇ ਜੋੜ ਮੇਲਿਆਂ ਤੇ ਸੰਗਤਾਂ ਵਹੀਰਾਂ ਘੱਤ ਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣ ਲੱਗੀਆਂ। ਸਿੱਖੀ ਦੀ ਫੁਲਵਾੜੀ ਸਰਸਬਜ਼ ਹੁੰਦੀ ਰਹੀ। ਵਕਤ ਦੇ ਬਾਦਸ਼ਾਹ ਨੇ ਜਦੋਂ ਆਪਣੀਆਂ ਤੁਸਵੀ ਅੱਖਾਂ ਦੇ ਨਾਲ ਗੁਰੂ ਨਾਨਕ ਦੇ ਘਰ ਦੀ ਵੱਧਦੀ ਵਡਿਆਈ ਦੇਖੀ, ਸਾਧ ਸੰਗ ਜਿੱਥੋਂ ਸੱਚ ਦੀ ਆਵਾਜ਼ ਬੁਲੰਦ ਹੁੰਦੀ ਸੀ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਹੁਣ ਬਾਦਸ਼ਾਹ ਜਹਾਂਗੀਰ ਨੂੰ ਉਹ ਝੂਠ ਦੀ ਦੁਕਾਨ ਦੁਕਾਨੇ ਬਾਤਲ ਦਿਸ ਰਹੀ ਹੈ। ਜਿਹੜੇ ਗੁਰਸਿੱਖ ਵਹੀਰਾਂ ਘੱਤ ਕੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨਾਂ ਵਾਸਤੇ ਪਹੁੰਚਦੇ ਨੇ, ਉਹ ਬਾਦਸ਼ਾਹ ਜਹਾਂਗੀਰ ਨੂੰ ਭੇਡ ਚਾਲ ਦਿਸ ਰਹੀ ਹੈ। ਜਿਹੜੇ ਹਿੰਦੂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮੁਰੀਦ ਬਣਦੇ ਜਾ ਰਹੇ ਨੇ, ਬਾਦਸ਼ਾਹ ਜਹਾਂਗੀਰ ਉਹਨਾਂ ਨੂੰ ਬੇਸਮਝ ਔਰ ਮੂਰਖ ਕਹਿੰਦਾ ਹੈ। ਜਿਹੜੇ ਇਸਲਾਮ ਦੇ ਪੈਰੋਕਾਰ ਵੀ ਗੁਰੂ ਨਾਨਕ ਦੇ ਦਰ ਘਰ ਦੀ ਵਡਿਆਈ ਦੇਖ ਕੇ ਗੁਰੂ ਘਰ ਦਾ ਸਤਿਕਾਰ ਕਰਦੇ ਨੇ, ਬਾਦਸ਼ਾਹ ਜਹਾਂਗੀਰ ਦੀ ਦ੍ਰਿਸ਼ਟੀ ਦੇ ਵਿੱਚੋਂ ਭੋਲੇ ਭਾਲੇ ਨੇ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲਾ ਕੇ ਪ੍ਰਿਅੰਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ, ਗੁਰੂ ਨਾਨਕ ਤੋਂ ਗੁਰੂ ਅੰਗਦ ਸਾਹਿਬ, ਗੁਰੂ ਅੰਗਦ ਤੋਂ ਗੁਰੂ ਅਮਰਦਾਸ ਜੀ, ਗੁਰੂ ਅਮਰਦਾਸ ਜੀ ਤੋਂ ਗੁਰੂ ਰਾਮਦਾਸ, ਔਰ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਇਹ ਗੁਰਮਤਿ ਦੇ ਪ੍ਰਚਾਰ ਦਾ ਸਿਲਸਿਲਾ ਮੁਤਵਾਤਰ ਜਾਰੀ ਹੈ। ਪੀੜ੍ਹੀ ਦਰ ਪੀੜ੍ਹੀ ਅੱਗੇ ਸਿਲਸਿਲਾ ਹੋਰ ਸ਼ੁਰੂ ਹੋ ਗਿਆ ਹੈ। ਫਿਰ ਸਾਧ ਸੰਗਤ ਜਹਾਂਗੀਰ ਸੋਚਦਾ ਹੈ ਵੀ ਕਈ ਪੁਸ਼ਤਾਂ ਤੋਂ ਇੱਕ ਗੁਰੂਪਣੇ ਦਾ ਡੰਮ ਵੱਜ ਰਿਹਾ ਹੈ। ਉਸ ਦੀ ਆਪਣੀ ਦ੍ਰਿਸ਼ਟੀ ਹੈ, ਜਿਹੋ ਜਿਹੀ ਉਸ ਦੀ ਆਪਣੀ ਸੋਚ ਹੈ, ਆਪਣੀ ਕਲਮ ਦੇ ਨਾਲ ਉਸਨੇ ਬਿਆਨ ਕਰ ਦਿੱਤੀ ਹੈ। ਸਾਧ ਸੰਗਤ ਜਹਾਂਗੀਰ ਬਿਲਕੁਲ ਸਪਸ਼ਟ ਲਿਖ ਰਿਹਾ ਹੈ ਕਿ ਕਾਫੀ ਸਮੇਂ ਤੋਂ ਮੇਰੇ ਮਨ ਵਿੱਚ ਖਿਆਲ ਆ ਰਿਹਾ ਸੀ ਕਿ ਜਾਂ ਤਾਂ ਮੈਂ ਉਸ ਹਿੰਦੂ ਫਕੀਰ ਨੂੰ, ਹਾਲਾਂਕਿ ਗੁਰੂ ਨਾਨਕ ਦੇ ਘਰ ਵਿੱਚ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਾਂ ਨਿਰਾਲਾ ਪੰਥ ਪ੍ਰਚਲਿਤ ਕੀਤਾ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋਸ ਆਪਣਾ ਪੰਥ ਨਿਰਾਲਾ। ਪਰ ਬਾਦਸ਼ਾਹ ਜਹਾਂਗੀਰ ਸੋਚਦਾ ਵੀ ਇਹ ਹਿੰਦੂ ਫਕੀਰ ਹੈ, ਪੀਰੀ ਸ਼ੋਖੀ ਦੇ ਭੇਸ ਵਿੱਚ ਰਹਿੰਦਾ ਹੈ, ਜਾਂ ਤਾਂ ਮੈਂ ਇਸ ਨੂੰ ਦੀਨ ਇਸਲਾਮ ਵਿੱਚ ਲੈ ਆਵਾਂ ਜਾਂ ਫਿਰ ਇਸ ਝੂਠ ਦੀ ਦੁਕਾਨ ਨੂੰ ਬੰਦ ਕਰ ਦਿਆਂ। ਪਰ ਉਸਨੂੰ ਕੋਈ ਬਹਾਨਾ ਚਾਹੀਦਾ ਹੈ। ਨੀਤੀ ਉਸਦੀ ਆਪਣੀ ਹੈ, ਪਰ ਮੋਹਰਾ ਕਿਸੇ ਹੋਰ ਨੂੰ ਬਣਾਉਣਾ ਚਾਹੁੰਦਾ ਹੈ। ਬੰਦੂਕ ਆਪਣੀ ਹੈ, ਮੋਢਾ ਕੋਈ ਹੋਰ ਲੱਭ ਰਿਹਾ ਹੈ। ਉਸਨੂੰ ਇਸ ਗੱਲ ਦਾ ਵੀ ਅਹਿਸਾਸ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਰੋਕਾਰਾਂ ਦੀ ਜਮਾਤ ਦਿਨੋਂ ਦਿਨ ਵੱਡੀ ਹੁੰਦੀ ਜਾ ਰਹੀ ਹੈ।
ਜਿਵੇਂ ਸਿੱਧੇ ਤੌਰ 'ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂ ਸਿੱਧੇ ਤੌਰ 'ਤੇ ਇਹਨਾਂ ਨੂੰ ਸਜ਼ਾ ਦਿੱਤੀ, ਇਸ ਦਾ ਨਤੀਜਾ ਬਗਾਵਤ ਵੀ ਹੋ ਸਕਦਾ ਹੈ। ਕੋਈ ਬਹਾਨਾ ਲੱਭ ਰਿਹਾ ਹੈ ਔਰ ਉਸਨੂੰ ਇੱਕ ਗੁਰੂ ਘਰ ਦਾ ਨਿੰਦਕ ਟੱਕਰ ਹੀ ਗਿਆ, ਬਹਾਨਾ ਲੱਭ ਹੀ ਲਿਆ, ਜਿਹੜਾ ਰੋਜ਼ ਬਾਦਸ਼ਾਹ ਜਹਾਂਗੀਰ ਦੇ ਕੰਨ ਭਰਦਾ ਹੈ ਕਿ ਉਹਨਾਂ ਨੇ ਆਪਣੇ ਪਾਸ ਬਹੁਤ ਸਾਰੇ ਚੋੜ ਧਾੜਵੀ ਰੱਖ ਲਏ ਨੇ। ਉਸ ਜ਼ਬਰਦਸਤੀ ਉਹਨਾਂ ਦੇ ਸਿੱਖ ਸੇਵਕਾਂ ਤੋਂ ਕਾਰ ਕੇ ਭੇਟਾਵਾਂ ਉਗਰਾ ਕੇ ਲਿਆਉਂਦੇ ਨੇ। ਇਹ ਗੁਰੂ ਘਰ ਦਾ ਨਿੰਦਕ ਕੌਣ ਹੈ? ਇਹਦੀ ਬਾਬਤ ਆਪ ਨੇ ਸੁਣ ਵੀ ਲਿਆ ਹੋਵੇਗਾ, ਆਪਾਂ ਥੋੜ੍ਹੀ ਜਿਹੀ ਵਿਚਾਰ ਵੀ ਕਰ ਲੈਂਦੇ ਹਾਂ। ਇਹ ਹੈ ਬਾਦਸ਼ਾਹ ਜਹਾਂਗੀਰ ਦਾ ਇੱਕ ਅਹਿਲਕਾਰ, ਇਸ ਦਾ ਕਰਮਚਾਰੀ। ਇਸ ਨੂੰ ਦੀਵਾਨ ਕਹਿ ਦਿੱਤਾ ਜਾਂਦਾ ਹੈ, ਪਰ ਉਹਦਾ ਇਸ ਦਾ ਵੱਡਾ ਮੁਰਾਤਬਾ ਹੈ ਨਹੀਂ। ਲੋਕਾਂ ਦੇ ਵਿੱਚ ਇਹ ਜ਼ਰੂਰ ਡੀਂਗਾ ਮਾਰਦਾ ਕਿ ਮੈਂ ਬਾਦਸ਼ਾਹ ਦਾ ਦੀਵਾਨ ਹਾਂ। ਇਸ ਦੇ ਘਰ ਹੈ ਇੱਕ ਵਰ ਪ੍ਰਾਪਤ ਕੰਨਿਆ, ਜਿਹੜਾ ਉਸ ਵੇਲੇ ਰਿਵਾਜ ਸੀ। ਇਹਦੇ ਭੇਜੇ ਹੋਏ ਬ੍ਰਾਹਮਣਾਂ ਨੇ, ਲਾਗੀਆਂ ਨੇ, ਇਸ ਦੀਵਾਨ ਚੰਦੂ ਦੀ ਲੜਕੀ ਵਾਸਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ ਜੀ ਨੂੰ ਵਰ ਪਸੰਦ ਕਰ ਲਿਆ। ਜਦੋਂ ਇਹਨਾਂ ਨੇ ਵਾਪਸ ਆ ਕੇ ਦੱਸਿਆ ਕਿ ਦੀਵਾਨ ਸਾਹਿਬ ਤੁਹਾਡੀ ਸਪੁੱਤਰੀ ਦੇ ਵੱਡੇ ਭਾਗ ਨੇ, ਜਿਸ ਨੂੰ ਜਗਤ ਮਾਤਾ ਹੋਣ ਦਾ ਮਾਣ ਪ੍ਰਾਪਤ ਹੋਵੇਗਾ। ਅਸੀਂ ਗੁਰੂ ਨਾਨਕ ਦੇ ਘਰ ਦੀ ਸ਼ਾਨ ਦੇਖ ਕੇ ਆਏ ਹਾਂ। ਗੁਰੂ ਨਾਨਕ ਦੀ ਗੱਦੀ ਦੇ 5ਵੇਂ ਜਾਨ ਸ਼ੀਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਦੇਖੀ ਹੈ। ਕਹਿ ਦੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ, ਜ਼ਬਾਨ ਨਾਲ ਬਿਆਨ ਨਹੀਂ ਕਰ ਸਕਦੀ। ਉਹਨਾਂ ਦੇ ਦਰਬਾਰ ਵਿੱਚ ਦੂਰ ਤੱਕ ਸੰਗਤਾਂ ਦੀ ਕਤਾਰ ਲੱਗੀ ਸੀ। ਚਰਨਾਂ 'ਚ ਮਾਇਆ ਦਾ ਮੀਂਹ ਬਰਸ ਰਿਹਾ ਸੀ। ਇੱਕ ਪਾਸੇ ਉਹਨਾਂ ਦੇ ਮੋਹਤਵਰ ਮਸੰਦ ਬੈਠੇ ਸਨ, ਦੂਜੇ ਪਾਸੇ ਰਬਾਬੀ ਗੁਰਬਾਣੀ ਦਾ ਸ਼ਾਂਤਦਾਇਕ ਪਾਪ ਨਾਸਕ ਕੀਰਤਨ ਕਰ ਰਹੇ ਸਨ। ਅਸੀਂ ਉਹਨਾਂ ਦੇ ਸੱਚਖੰਡ ਦਰਬਾਰ ਵਿੱਚ ਬੈਕੁੰਠ ਦਾ ਨਜ਼ਾਰਾ ਦੇਖਿਆ। ਅਤ ਉੱਚਾ ਤਾ ਕਾ ਦਰਬਾਰਾ। ਸਾਰ ਸੰਗਤ ਇਹਨਾਂ ਨੇ ਰੱਜ ਕੇ ਉਸ ਚੰਦੂ ਦੇ ਪਾਸ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਘਰ ਦੀ ਵਡਿਆਈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰ ਦੀ ਉਪਮਾ ਬਿਆਨ ਕੀਤੀ। ਅਤ ਉੱਚਾ ਤਾ ਕਾ ਦਰਬਾਰਾ, ਅੰਤ ਨਾਹੀ ਕਿਛ ਪਾਰਾ ਵਾਰਾ, ਕੋਟ 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 ਲਖ ਧਾਵੈ, ਇੱਕ ਤਿਲ ਤਾ ਕਾ ਮਹਿਲ ਨਾ ਪਾਵੈ। ਅਤ ਉੱਚਾ ਤਾ ਕਾ ਦਰਬਾਰਾ, ਅਤ ਉੱਚਾ, ਅਤ ਉੱਚਾ ਤਾ ਕਾ ਦਰਬਾਰਾ, ਅਤ ਉੱਚਾ ਆਇਆ ਤੂਤਾ ਤਾ ਗਾ ਦਰਬਾਰਾ, ਅਤੀ ਉੱਚਾ, ਅਤ ਉੱਚਾ ਤਾ ਗਾ ਦਰਬਾਰਾ, ਅਤੀ ਉੱਚਾ ਅਤ
ऊंचा तांगा दरबारा अति ऊंचा तांगा दरबारा अति ऊंचा साध संगत ऐसी हंकारी कहने लगा तुसीं किहदी उपमा कर रहे हो कित्थे मैं बादशाह दा दीवान कित्थे फकीरी गद्दी दे मालक तुसीं उत्थे जाके देखिया कि ना उन्हां दे पास कोई जागीर ना कोई जमीन जायदाद ना कोई आमदन दा होर हीला वसीला ना कोई सरकारी रुतबा फकीरां दा की अज उन्हां दे पास भेटावां आ गईयां सिख सेवक उन्होंने मुरीर चल के आ गए तो वाह वाह नहीं उन्होंने पास तो अपने निर्वाह मात्र का भी कोई साधन नहीं होया करता ये तुसी कोई चंगा काम नहीं किया तुसी चुबारे दी टमोरी नूं ला के आए हो फिर सार संगत हंकार दे विच आके उसने साहिब गुरु नानक देव जी महाराज के दर घर की शान के खिलाफ बहुत ऊल जलूल बकवास किया किसी गुरु के सिख ने उसकी सड़ी जबान तो साहिब गुरु नानक देव जी महाराज के दर घर की निंदिया जो अपने कन्ना दे नाल सुनी दे पासों वो बर्दाश्त ना हो सकी उत्थे तो किसी का कोई चारा ना चलिया जो शाम के वक्त संगतां धर्मशाला विच इकत्तर होईयां फिर जिहड़े शहर के मुखी मोहतवर सिख सन उन्होंने बुला के फिर सिख ने सारी दास्तान और सारी विथ्या सुनाई एवं करके बादशाह के दीवान चंदू का रिश्ता साहिब गुरु अर्जन देव जी महाराज के साहिबजादे श्री हरगोबिंद साहिब जी नाल होण लग्या है और वो तो हंकारी है तो गुरु घर का दोखी है अपने आप में चौबारा मनता है और उसने गुरु नानक के घर में मोहरी कथन किया है भी आप साहिब गुरु अर्जन देव जी महाराज ने कोई आग्या तो कर नहीं सकते और ना कोई नसीहत दे सकते हाँ उन्होंने चरणों च बेनती जरूर की जा सकती है जे सारी संगत एक मत होवे फिर आप अपनी वालों एक अरजदास के पत्रिका भेजीए साहिब गुरु अर्जन देव जी महाराज वाल सबना ने गुरमता किया ये फैसला लिया फिर संगतां ने धन गुरु अर्जन देव जी महाराज ने मुखातब होके एक पत्रिका लिखी लिख तुम सब दिल्ली की संगत सतगुरु के सन्मुख अरदास शाह दीवान सुता को नाता भेजियो है तुम्हारे पास आप हंकारी बनियो चौबारा तुम्हें कहो मोरी संकास बिन सरदा ते मूर्ख बोलते हो त्यादक निंदा कर रास तिसको कहो सुखायो न हम बस न चलियो सो लिखियो वृतंत सुता न सागत की तुम लीजो ए संगत को है मतंत वो सारी विथ्या खोल के लिखी नाल अपनी वालों बेनती की महाराज उत्थे साडा कोई वास्ते नहीं चलता तुहानूं असीं कोई नसीहत ते दे नहीं सकते
पर संगत जी एक अर्ज है, संगत की बेनती है कि इहो जिहे हंकार जी लड़की का रिश्ता प्रवान नहीं करना चाहिए। श्री ਅੰਮ੍ਰਿਤਸਰ ਸਾਹਿਬ ਉਸ ਚੰਦੂ ਦੇ ਭੇਜੇ ਬ੍ਰਾਹਮਣ ਲਾਗੇ ਵੀ ਪਹੁੰਚ ਜਾਂਦੇ ਨੇ ਸਗਾਈ ਦੀ ਰਸਮ ਅਦਾ ਕਰਨ ਵਾਸਤੇ। ਐਨ ਤਿਆਰੀ ਵੀ ਹੋ ਚੁੱਕੀ ਹੈ। ਔਰ ਸੰਗਤਾਂ ਦਾ ਭੇਜਿਆ ਹੋਇਆ ਇੱਕ ਦੂਤ, ਇੱਕ ਗੁਰੂ ਕਾ ਸਿੱਖ ਵੀ ਪਹੁੰਚ ਗਿਆ ਹੈ। ਦੇਖਦਾ ਵੀ ਸਗਾਈ ਦੀ ਐਨ ਤਿਆਰੀ ਹੋ ਚੁੱਕੀ ਹੈ। ਜਿਹਦਾ ਅੱਗੇ ਹਜ਼ੂਰੀਆ ਸੇਵਾਦਾਰ ਖੜਾ ਸੀ, ਉਸ ਨੂੰ ਜਾ ਕੇ ਦੱਸਿਆ ਵੀ ਐਂ ਕਰਕੇ ਮੈਂ ਦਿੱਲੀ ਸ਼ਹਿਰ ਤੋਂ ਆਇਆ ਹਾਂ। ਦਿੱਲੀ ਦੀਆਂ ਸੰਗਤਾਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇੱਕ ਅਰਜ਼ਦਾਸ, ਇੱਕ ਪੱਤਰਕਾ ਲਿਆਂਦੀ ਹੈ। ਜੇ ਸਤਿਗੁਰੂ ਜੀ ਦੀ ਆਗਿਆ ਹੋਵੇ ਉਹ ਪੱਤਰਕਾ ਸਤਿਗੁਰੂ ਜੀ ਦੇ ਚਰਨਾਂ 'ਚ ਪੇਸ਼ ਕੀਤੀ ਜਾਵੇ, ਔਰ ਨਾਲ ਸੰਗਤਾਂ ਵੱਲੋਂ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਵੀ ਕਰ ਦਿਓ ਕਿ ਇਹ ਸਗਾਈ ਕਰਨ ਤੋਂ ਪਹਿਲਾਂ ਸੰਗਤ ਦੀ ਅਰਜ਼ਦਾਸ ਇਹ ਪੱਤਰਕਾ ਜ਼ਰੂਰ ਪੜ੍ਹ ਲਈ ਜਾਵੇ। ਸਿੱਖ ਨੇ ਸਤਿਗੁਰੂ ਜੀ ਦੇ ਚਰਨਾਂ 'ਚ ਬੇਨਤੀ ਕਰ ਦਿੱਤੀ। ਸਤਿਗੁਰੂ ਜੀ ਨੇ ਦਿੱਲੀ ਤੋਂ ਆਏ ਸੰਗਤਾਂ ਦੇ ਭੇਜੇ ਉਸ ਦੂਤ ਨੂੰ ਆਪਣੇ ਪਾਸ ਬੁਲਾ ਲਿਆ। ਉਹ ਪੱਤਰਕਾ ਸਤਿਗੁਰੂ ਜੀ ਨੇ ਖੋਲ੍ਹੀ, ਪੜ੍ਹ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਗੰਭੀਰ ਹੋ ਗਏ। ਪਾਸ ਮੁਖੀ ਸਿੱਖ ਬੈਠੇ ਸਨ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ, ਭਾਈ ਸਾਲੋ। ਉਹਨਾਂ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਕੀ ਕਾਰਨ ਹੈ, ਇਸ ਪੱਤਰਕਾ ਵਿੱਚ ਕੀ ਲਿਖਿਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਪੱਤਰਕਾ ਬਾਬਾ ਬੁੱਢਾ ਜੀ ਨੂੰ ਸੌਂਪ ਦਿੱਤੀ। ਬਾਬਾ ਜੀ ਆਪ ਹੀ ਪੜ੍ਹ ਲਓ। ਬਾਬਾ ਬੁੱਢਾ ਜੀ ਨੇ ਵੀ ਇਹ ਪੱਤਰਕਾ ਪੜ੍ਹੀ। ਬਾਬਾ ਬੁੱਢਾ ਜੀ ਦੇ ਚਿਹਰੇ ਉੱਪਰ ਵੀ ਗੰਭੀਰਤਾ ਆ ਗਈ। ਬਾਕੀ ਸਿੱਖਾਂ ਦੇ ਮਨ ਵੀ ਉਤਾਵਲੇ ਹੋ ਗਏ ਕਿ ਕੀ ਸਬਬ, ਕੀ ਕਾਰਨ ਹੈ। ਫਿਰ ਬਾਬਾ ਜੀ ਨੇ ਉਹ ਸਾਰੀ ਗੱਲ ਖੋਲ੍ਹ ਕੇ ਬਿਆਨ ਕੀਤੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣਗੇ, ਬਾਬਾ ਜੀ ਦੱਸੋ ਤੁਹਾਡਾ ਕੀ ਵਿਚਾਰ ਹੈ। ਬਾਬਾ ਬੁੱਢਾ ਜੀ ਨੇ ਵੀ ਉਹੀ ਵਚਨ ਕੀਤਾ ਕਿ ਗਰੀਬ ਨਵਾਜ਼, ਅਸੀਂ ਆਪ ਨੂੰ ਨਸੀਹਤ ਦੇਣ ਵਾਲੇ ਕੌਣ ਹਾਂ, ਅਸੀਂ ਤੇ ਆਪ ਦੀ ਆਗਿਆ, ਆਪ ਦਾ ਹੁਕਮ ਮੰਨਣ ਵਾਲੇ ਹਾਂ। ਪਰ ਜੋ ਇਸ ਸੰਗਤ ਦਾ ਗੁਰਮਤਾ ਹੈ, ਅਸੀਂ ਵੀ ਇਹਦੇ ਨਾਲ 100% ਸਹਿਮਤ ਹਾਂ ਕਿ ਗੁਰੂ ਨਾਨਕ ਦੇ ਘਰ ਵਿੱਚ ਹੰਕਾਰ ਵਾਸਤੇ ਕੋਈ ਥਾਂ ਨਹੀਂ। ਇੱਥੇ ਤੇ ਨਿਮਰਤਾ ਪ੍ਰਵਾਨ ਚੜ੍ਹਦੀ ਹੈ। ਸੁਖੀ ਵਸੈ ਮਸਕੀਨੀਆਂ ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ। ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਗੁਰਾਂ ਨੂੰ ਨਾ ਭਾਵਨਾ ਹੈ ਤੇਰਾ ਮਾਣ ਜੀ। ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਗੁਰਾਂ ਨੂੰ ਨਾ ਭਾਵਨਾ ਹੈ ਤੇਰਾ ਮਾਣ ਜੀ। ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਗੁਰਾਂ ਨੂੰ ਨਾ ਭਾਵਨਾ ਹੈ ਤੇਰਾ ਮਾਣ ਜੀ। ਤੇਰਾ ਮਾਣ, ਤੇਰਾ ਮਾਣ, ਤੇਰਾ ਮਾਣ ਜੀ, ਗੁਰਾਂ ਨੂੰ ਨਾ ਭਾਵਨਾ ਹੈ ਤੇਰਾ ਮਾਣ ਜੀ। ਤੇਰਾ ਮਾਣ, ਤੇਰਾ ਮਾਣ, ਤੇਰਾ
हर जियो अहंकार ना भावई, वेद कूक सुनावे। बाबा बुढ़ा जी ने, भाई गुरदास जी, होर जितने मुखी मुखी सिख बैठे सन, सबना ने एकमत होके अपनी सहमति प्रगटाई दिल्ली की संगत के नाल कि महाराज हरगज इहो ਜਿਹੇ हंकारी की लड़की का रिश्ता प्रवान नहीं करना चाहिए। गुरु अर्जन देव जी महाराज कहन लगे, ऐ गुरु सिखो, भी साडी उस दे नाल कोई जाति रंजिश नहीं, जिस लड़की का रिश्ता तुसीं ठुकराउण की गल कर रहे हो वो भी साडी अपनी बच्ची वर्गी है, ਉਹਦੇ ਉੱਪਰ ਸਾਨੂੰ कोई इतराज़, उसका कोई दोष नहीं। ਉਹ ਹੰਕਾਰੀ ਚੰਦੂ ਸਾਡੀ ਸ਼ਾਨ ਦੇ ਖਿਲਾਫ ਜੋ ਕੁਝ ਵੀ ਬੋਲ ਲੈਂਦਾ, ਅਸੀਂ ਬਰਦਾਸ਼ਤ ਕਰ ਲੈਂਦੇ। ਪਰ ਵੀ ਦਰਅਸਲ ਉਸਨੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਸ ਉੱਚੇ ਔਰ ਸੁੱਚੇ ਦਰ ਨੂੰ, ਜਿੱਥੋਂ ਸਭਨਾਂ ਨੂੰ ਸਨਮਾਨ ਮਿਲਦਾ ਹੈ, ਜਿੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਉਸ ਨੂੰ ਮੋਰੀ ਕਥਨ ਕੀਤਾ ਹੈ और अपने आप ਨੂੰ ਚੌਬਾਰਾ ਕਿਹਾ ਹੈ। अपने आप ਨੂੰ ਵੱਡਾ ਜਾਣਿਆ ਹੈ और गुरु नानक ਦੇ ਦਰ ਨੂੰ ਛੋਟਾ ਸਮਝਿਆ ਹੈ। ਵੀ ਜੇ ਅਸੀਂ ਉਸ ਦੇ ਰੋਹਬ ਹੇਠ ਆ ਕੇ ਇਹ ਰਿਸ਼ਤਾ ਪ੍ਰਵਾਨ ਕਰ ਲਿਆ, ਇਸ ਦਾ ਸੰਦੇਸ਼ ਸੰਗਤਾਂ ਵਿੱਚ ਕਿਸੇ ਹੋਰ ਤਰੀਕੇ ਜਾ ਸਕਦਾ ਹੈ। ਇਸ ਕਰਕੇ ਅਸੀਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਉਸ ਹੰਕਾਰੀ ਦੀ ਲੜਕੀ ਦਾ ਰਿਸ਼ਤਾ ਪ੍ਰਵਾਨ ਨਹੀਂ ਕੀਤਾ ਜਾਵੇਗਾ। ਜਿਹੜੇ ਦਿੱਲੀ ਤੋਂ ਬ੍ਰਾਹਮਣ ਲਾਗੀ ਆਏ ਸਨ ਉਹਨਾਂ ਨੂੰ ਸਤਿਗੁਰੂ ਜੀ ਨੇ ਵਾਪਸ ਭੇਜ ਦਿੱਤਾ। ਹੁਣ ਕਿੱਥੇ ਤਾਂ ਬੜਾ ਆਨੰਦਮਈ, ਬੜਾ ਖੁਸ਼ੀਆਂ ਵਾਲਾ ਵਾਤਾਵਰਨ ਬਣਿਆ ਸੀ, और कित्थे एकदम सन्नाटा छा गया, चुप वरत गई। गुरु अर्जन देव जी महाराज ने वक्त की नज़ाकत देख के वो खुशियां का माहौल उस तरह बरकरार रखने वास्ते बड़ी बुलंद, बड़ी उच्ची आवाज़ में कहा, गुरु सिखो, कि कोई गुरु का सिख होवे जिस दे घर वर प्राप्त कन्या होवे, भावें गरीब सिख भी क्यों ना होवे, असीं उस दी लड़की का रिश्ता तो अपने साहिबजादे वास्ते प्रवान कर सकते हाँ। पर जिसनूं अपने सरकारी रुतबे का, अपनी हुकूमत का माण होवे, जिहड़ा अपने आप नूं वड्डा, गुरु नानक दे घर नूं छोटा समझदा होवे, इहो जिहे हंकारी वास्ते गुरु नानक दे घर विच कोई थां नहीं। इत्थे ते गरीबी निम्रता नूं प्रवानगी मिलती है। कर कृपा जिसका हिरदै गरीबी वसावै, नानक इहाँ मुक्त आगै सुख पावै। साध संगत पहला भाई नारायण दास जी डल्ला नगर के रहने वाले, ਜਿਹੜੇ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅਨੰਨ ਸੇਵਕ ਭਾਈ ਪਾਰੋ ਜੁਲਕਾ ਦੀ ਅੰਸ਼ ਵੰਸ਼ ਵਿੱਚੋਂ ਸਨ। ਉਹਨਾਂ ਨੇ ਖਲੋ ਕੇ ਬੇਨਤੀ ਕੀਤੀ, ਗਰੀਬ ਨਵਾਜ਼, ਮੇਰੇ ਘਰ ਵਰ ਪ੍ਰਾਪਤ ਕੰਨਿਆ ਹੈ, ਮੈਂ ਆਪਣੀ ਇਸ ਪੁੱਤਰੀ ਦਾ ਰਿਸ਼ਤਾ ਸਾਹਿਬਜ਼ਾਦੇ ਵਾਸਤੇ ਦੇਣ ਲਈ ਤਿਆਰ ਹਾਂ। ਜੇ ਆਪ ਦੀ ਆਗਿਆ ਹੋਵੇ ਤਾਂ ਹੁਣੇ ਸਗਾਈ ਕਰ ਦਿੱਤੀ ਜਾਵੇ। इस तरह एक होर सिख ने बेनती कर दी। उस सार संगत इतिहास में जिक्र आता है कि उस वेले सतगुरु जी ने दोवें ही रिश्ते प्रवान कर ले। गुरु घर विच ते रंग इस तरह बनया रहा, पर जदों उस चंदू के भेजे हुए ब्राह्मण लागी पहुँचे वापस दिल्ली,
ਹੁਣ ਇਹਦੇ ਘਰ ਮਾਤਮ ਛਾ ਗਿਆ। ਉਸਨੇ ਆਪਣੀ ਵੱਲੋਂ ਉਹਨਾਂ ਲਾਗੀਆਂ ਨੂੰ, ਬ੍ਰਾਹਮਣਾਂ ਨੂੰ ਦੁਬਾਰਾ ਫਿਰ ਵੀ ਭੇਜਿਆ ਵੀ ਮੈਂ ਬਾਦਸ਼ਾਹ ਦਾ ਬਹੁਤ ਵੱਡਾ ਅਹੁਦੇਦਾਰ ਹਾਂ, ਅਜੇ ਵੀ ਵਕਤ ਹੈ ਕਿ ਮੇਰੀ ਲੜਕੀ ਦਾ ਰਿਸ਼ਤਾ ਪ੍ਰਵਾਨ ਕਰ ਲਓ, ਨਹੀਂ ਨਤੀਜਾ ਬੜਾ ਖਤਰਨਾਕ ਹੋਵੇਗਾ। ਆਪਣੀ ਵੱਲੋਂ ਧਮਕੀਆਂ ਵੀ ਦਿੱਤੀਆਂ, ਪਰ ਸਾਧ ਸੰਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ਼ ਇਨਕਾਰ ਕਰ ਦਿੱਤਾ ਵੀ ਕਹਿ ਦਿਓ ਜਾ ਕੇ ਚੰਦੂ ਲਾਲ ਨੂੰ ਵੀ ਕਿਸੇ ਚੁਬਾਰੇ ਦੀ ਤਲਾਸ਼ ਕਰੇ, ਉਹ ਬਾਰ-ਬਾਰ ਮੋਰੀ ਵੱਲ ਕਿਉਂ ਦੇਖਦਾ ਹੈ। ਹਾਂ, ਸਾਧ ਸੰਗਤ ਉਦੋਂ ਤੇ ਜਦੋਂ ਇਹ ਰਿਸ਼ਤੇ ਵਾਲੀ ਵਾਰਤਾ ਹੋਈ, ਉਦੋਂ ਹਿੰਦੁਸਤਾਨ ਦਾ ਬਾਦਸ਼ਾਹ ਸੀ ਅਕਬਰ, ਉਹ ਸੁਲ੍ਹਾ ਕੁਲ ਖਿਆਲਾਂ ਦਾ ਸੀ। ਉਦੋਂ ਤੇ ਇਸ ਚੰਦੂ ਦੀ ਕੋਈ ਪੇਸ਼ ਨਾ ਗਈ, ਕੋਈ ਚਾਰਾ ਨਾ ਚੱਲਿਆ। ਜਦੋਂ ਅਕਬਰ ਦੀ ਮੌਤ ਤੋਂ ਬਾਅਦ ਦਿੱਲੀ ਦੇ ਤਖਤ ਉੱਪਰ ਬੈਠਿਆ ਬਾਦਸ਼ਾਹ ਜਹਾਂਗੀਰ, ਇਸ ਦੀ ਤਸਵੀਰ ਖਿਆਲਾਂ ਦਾ ਗੁਰੂ ਘਰ ਦੀ ਵੱਧਦੀ ਸ਼ਾਨ ਦੇਖ ਕੇ ਇਹ ਅੰਦਰ ਹੀ ਅੰਦਰ ਸੜ ਰਿਹਾ ਸੀ। ਇਹਦੇ ਪਾਸ ਜਿਹੜੀਆਂ ਖੁਫੀਆ ਰਿਪੋਰਟਾਂ ਜਾਂਦੀਆਂ, ਇਸ ਚੰਦੂ ਲਾਲ ਨੂੰ ਵੀ ਪਤਾ ਸੀ। ਇਹਨੇ ਸੋਚਿਆ ਵੀ ਹੁਣ ਵਕਤ ਹੈ ਉਹਨਾਂ ਪਾਸੋਂ ਬਦਲਾ ਲੈਣ ਦਾ। ਇਹਨੇ ਰੋਜ਼ਾਨਾ ਬਾਦਸ਼ਾਹ ਦੇ ਕੰਨ ਭਰਨੇ, ਕਦੀ ਕੋਈ ਚੁਗਲੀ ਕਰਨੀ, ਕਦੀ ਕੋਈ ਚੁਗਲੀ ਕਰਨੀ। ਉਹਨਾਂ ਦਿਨਾਂ 'ਚ ਇੱਕ ਹੋਰ ਘਟਨਾ ਵਾਪਰ ਗਈ ਜਿਸ ਨੂੰ ਬਾਦਸ਼ਾਹ ਜਹਾਂਗੀਰ ਨੇ ਬਹਾਨਾ ਬਣਾ ਲਿਆ। ਇਸ ਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ। ਔਰ ਇਹ ਬਾਗੀ ਹੋ ਕੇ ਦਿੱਲੀ ਤੋਂ ਦੌੜ ਗਿਆ। ਇਹ ਜਾ ਰਿਹਾ ਕਾਬੁਲ ਵੱਲ ਨੂੰ। ਰਸਤੇ ਦੇ ਵਿੱਚ ਜਦੋਂ ਦਰਿਆ ਬਿਆਸ ਦੇ ਪੱਤਣ 'ਤੇ ਪਹੁੰਚਿਆ, ਗੋਇੰਦਵਾਲ ਦੇ ਪੱਤਣ ਤੋਂ ਦਰਿਆ ਬਿਆਸ ਪਾਰ ਕੀਤਾ, ਕਿਸੇ ਨੇ ਦੱਸ ਪਾਈ ਇੱਥੋਂ ਨਜ਼ਦੀਕ ਹੀ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ 5ਵੇਂ ਜਾਨਸ਼ੀਨ ਗੁਰੂ ਅਰਜਨ ਦੇਵ ਜੀ ਦਾ ਠਿਕਾਣਾ ਹੈ, ਜਿਨ੍ਹਾਂ ਦੇ ਵਰਦਾਨ ਨਾਲ ਬਾਬਰ ਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਪ੍ਰਾਪਤ ਹੋਈ ਸੀ। ਹੋਵੇ ਨਾ ਜਾਂਦੇ ਜਾਂਦੇ ਆਪਾਂ ਉਹਨਾਂ ਦੇ ਦਰਸ਼ਨ ਕਰਕੇ ਜਾਈਏ। ਸਾਹਿਬਜ਼ਾਦਾ ਖੁਸਰੋ ਆਪਣੇ ਹਮਾਇਤੀਆਂ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ। ਗੁਰੂ ਕੀ ਪਵਿੱਤਰ ਨਗਰੀ ਦੇ ਦਰਸ਼ਨ ਕੀਤੇ। ਜੋ ਗੁਰੂ ਘਰ ਦੀ ਰਵਾਇਤ ਹੈ, ਇਸ ਨੂੰ ਗੁਰੂ ਕੇ ਲੰਗਰੋਂ ਛਕਣ ਵਾਸਤੇ ਪ੍ਰਸ਼ਾਦ ਪਾਣੀ ਮਿਲਿਆ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ ਨੇ ਦਰਸ਼ਨ ਵੀ ਕੀਤੇ। ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਾਂ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਜਦੋਂ ਇਸਦੇ ਸਾਥੀਆਂ ਨੇ ਦੱਸਿਆ ਕਿ ਮਹਾਰਾਜੇ ਜਹਾਂਗੀਰ ਦਾ ਵੱਡਾ ਸਾਹਿਬਜ਼ਾਦਾ ਹੈ, ਗੁਰੂ ਘਰ ਦੀ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਨੂੰ ਸਿਰੋਂ ਪਾਓ ਵੀ ਬਖਸ਼ਿਆ। ਖੈਰ ਇਹ ਉੱਥੋਂ ਅੱਗੇ ਆਪਣਾ ਡੇਰਾ ਕੂਚ ਕਰ ਦਿੰਦਾ ਹੈ। ਉਹਨਾਂ ਹੀ ਦਿਨਾਂ ਦੇ ਵਿੱਚ ਬਾਦਸ਼ਾਹ ਜਹਾਂਗੀਰ ਦੇ ਪਾਸ ਇਹ ਖੁਫੀਆ ਰਿਪੋਰਟ ਵੀ ਗਈ ਕਿ ਸਾਹਿਬਜ਼ਾਦਾ ਖੁਸਰੋ ਗੁਰੂ ਜੀ ਦੇ ਪਾਸ ਅੰਮ੍ਰਿਤਸਰ ਗਿਆ। ਇਹ ਤਾਂ ਹਕੀਕਤ ਸੀ, ਪਰ ਵਧਾ ਘਟਾ ਕੇ ਬਾਦਸ਼ਾਹ ਜਹਾਂਗੀਰ ਨੂੰ ਭੜਕਾਉਣ ਵਾਸਤੇ ਇਹ ਗੱਲ ਕਹੇਗੀ ਕਿ ਗੁਰੂ ਜੀ ਨੇ ਉਸਦੇ ਮੱਥੇ 'ਤੇ ਤਿਲਕ ਲਾਇਆ, ਉਸ ਨੂੰ ਆਪਣਾ ਆਸ਼ੀਰਵਾਦ ਦਿੱਤਾ, ਉਸ ਨੂੰ ਵਰਦਾਨ ਦਿੱਤਾ ਵੀ ਤੈਨੂੰ ਹਿੰਦੁਸਤਾਨ ਦੀ ਪਾਤਸ਼ਾਹੀ ਪ੍ਰਾਪਤ ਹੋਵੇਗੀ। ਉਸ ਨੂੰ ਬਹੁਤ ਸਾਰੀ ਮਾਇਆ ਦਿੱਤੀ, ਬਗਾਵਤ ਵਾਸਤੇ ਹੋਰ ਉਕਸਾਇਆ, ਨਾਲ ਆਪਣੇ ਵੱਲੋਂ ਹਰ ਕਿਸਮ ਦੀ ਮਦਦ ਦਾ ਉਸ ਨੂੰ ਭਰੋਸਾ ਦਿੱਤਾ। ਹੁਣ ਸਾਧ ਸੰਗਤ
ਇਹਦੇ ਖਿਆਲ ਆੜ ਤੇ ਪਹਿਲਾਂ ਹੀ ਤੁਸ ਵੀ ਸਨ, ਹੁਣ ਤੇ ਬਲਦੀ ਉੱਪਰ ਤੇਲ ਪੈਣ ਵਾਲੀ ਗੱਲ ਹੋ ਗਈ। ਉਸਨੇ ਫਿਰ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਉਸ ਤੁਧ ਕੇ ਜਹਾਂਗੀਰੀ ਵਿੱਚ ਲਿਖ ਦਿੱਤਾ ਕਿ ਇਹਨਾਂ ਦਿਨਾਂ ਦੇ ਵਿੱਚ ਮੇਰਾ ਸਾਹਿਬਜ਼ਾਦਾ ਖੁਸਰੋ ਉੱਥੋਂ ਲੰਘਿਆ, ਉਸ ਗੁਰੂ ਨੂੰ ਮਿਲਿਆ, ਬੜੀਆਂ ਗੱਲਾਂ ਬਾਤਾਂ ਹੋਈਆਂ। ਗੁਰੂ ਨੇ ਉਸਦੇ ਮੱਥੇ 'ਤੇ ਤਿਲਕ ਲਾਇਆ, ਜਿਸ ਨੂੰ ਹਿੰਦੂ ਸ਼ਗਨ ਮੰਨਦੇ ਨੇ। ਉਸ ਨੂੰ ਮਦਰੇ ਦਾ ਭਰੋਸਾ ਦਿੱਤਾ, ਬਗਾਵਤ ਵਾਸਤੇ ਹੋਰ ਉਸ ਨੂੰ ਭੜਕਾਇਆ। ਮੈਂ ਉਸਦੇ ਫਰੇਬ ਨੂੰ, ਉਸਦੇ ਪਾਖੰਡ ਨੂੰ ਪਹਿਲਾਂ ਹੀ ਚੰਗੀ ਤਰ੍ਹਾਂ ਜਾਣਦਾ ਸੀ। ਮੈਂ ਉਸੇ ਵਕਤ ਲਾਹੌਰ ਦੇ ਗਵਰਨਰ ਮੁਰਤਜ਼ਾ ਖਾਂ ਨੂੰ ਇਹ ਫਰਮਾਨ ਭੇਜ ਦਿੱਤਾ ਕਿ ਉਸ ਨੂੰ ਬਾਲ ਬੱਚੇ ਸਮੇਤ ਗ੍ਰਿਫਤਾਰ ਕਰਕੇ ਉਸ ਦੀ ਸਾਰੀ ਜ਼ਮੀਨ ਜਾਇਦਾਦ ਸਰਕਾਰੀ ਖਜ਼ਾਨੇ ਵਿੱਚ ਜ਼ਬਤ ਕਰਕੇ ਉਸ ਨੂੰ ਇਸਲਾਮ ਦੀ ਯਾਸਾ ਦੇ ਕਾਨੂੰਨ ਅਨੁਸਾਰ ਬੜੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਉਹ ਸਾਰ ਸੰਗਤ ਇਹ ਬਾਦਸ਼ਾਹ ਦੀ ਆਪਣੀ ਲਿਖਤ ਹੈ। ਜਿਹੜਾ ਸਤਿਗੁਰੂ ਜੀ ਦੇ ਉੱਪਰ ਇਹ ਝੂਠਾ ਦੋਸ਼ ਲੱਗਿਆ, ਉਸ ਦੋਸ਼ ਦੇ ਅਧੀਨ ਫਿਰ ਸਤਿਗੁਰੂ ਜੀ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਕੀਤੇ ਗਏ। ਬਾਦਸ਼ਾਹ ਜਹਾਂਗੀਰ ਖੁਸਰੋ ਦਾ ਪਿੱਛਾ ਕਰਦਾ ਆ ਰਿਹਾ ਸੀ, ਲਾਹੌਰ ਪਹੁੰਚਿਆ। ਉੱਥੇ ਜਾ ਕੇ ਉਸ ਨੂੰ ਇਹ ਖੁਫੀਆ ਖਬਰ ਮਿਲੀ ਔਰ ਉੱਥੋਂ ਹੀ ਉਸਨੇ ਸਤਿਗੁਰੂ ਜੀ ਦੀ ਗ੍ਰਿਫਤਾਰੀ ਦੇ ਫਰਮਾਨ ਜਾਰੀ ਕੀਤੇ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਪਹੁੰਚੇ, ਬਾਦਸ਼ਾਹ ਜਹਾਂਗੀਰ ਦੇ ਨਾਲ ਮੁਲਾਕਾਤ ਹੋਈ ਔਰ ਇਤਿਹਾਸ ਵਿੱਚ ਐਸਾ ਵੀ ਜ਼ਿਕਰ ਆਉਂਦਾ ਹੈ, ਉਹ ਬੜਾ ਨੀਤੀਵਾਨ ਸੀ। ਇੱਕਦਮ ਗੁਰੂ ਜੀ ਦੇ ਨਾਲ ਕਿਸੇ ਬਹੁਤੇ ਬੁਰੇ ਤਰੀਕੇ ਪੇਸ਼ ਨਹੀਂ ਆਇਆ। ਉਹਨਾਂ ਦਾ ਜਥਾਯੋਗ ਸਨਮਾਨ ਵੀ ਕੀਤਾ, ਕੁਝ ਪਰਮਾਰਥ ਦੇ ਬਚਨ ਵਿਲਾਸ ਵੀ ਹੋਏ ਔਰ ਆਪਣੀ ਵੱਲੋਂ ਉਸਨੇ ਐਪਰੀਸ਼ੀਏਸ਼ਨ ਵੀ ਕੀਤੀ, ਉਪਮਾ ਵੀ ਕੀਤੀ ਕਿ ਤੁਸੀਂ ਇੱਕ ਬਹੁਤ ਵੱਡਾ, ਬਹੁਤ ਅੱਛਾ ਕਾਰਜ ਕੀਤਾ ਹੈ। ਇੱਕ ਐਸਾ ਧਾਰਮਿਕ ਗ੍ਰੰਥ ਸਿਰਜ ਕੇ ਜਿਹਦੇ ਵਿੱਚ ਹਿੰਦੂ ਭਗਤਾਂ ਦੀ ਬਾਣੀ ਦੇ ਨਾਲ ਨਾਲ ਕਈ ਇੱਕ ਮੁਸਲਮਾਨਾਂ ਦੀ ਬਾਣੀ ਵੀ ਦਰਜ ਕੀਤੀ ਹੈ। ਬਹੁਤ ਅੱਛੀ ਗੱਲ ਹੋਵੇ ਜੇ ਤੁਸੀਂ ਉਸ ਗ੍ਰੰਥ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਦੇ 4 ਲਫ਼ਜ਼ ਵੀ ਪਾ ਦਿਓ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗਿਆ, ਬਾਦਸ਼ਾਹ ਅਸੀਂ ਤਾਂ ਪਹਿਲਾਂ ਹੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਅਸੀਂ ਤੇ ਉਸ ਫਰੀਦ ਦੀ ਬਾਣੀ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰ ਲਈ ਹੈ, ਜਿਹੜਾ ਕਹਿ ਰਿਹਾ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ, ਕਬਹੂ ਚੱਲ ਨਾ ਆਇਆ ਪੰਜੇ ਵਕਤ ਮਸੀਤ। ਸਾਡੇ ਮਨ ਵਿੱਚ ਕਿਸੇ ਮਜ਼ਹਬ, ਕਿਸੇ ਦੀਨ ਪ੍ਰਤੀ ਕੋਈ ਨਫ਼ਰਤ ਨਹੀਂ। ਅਸੀਂ ਤਾਂ ਪਹਿਲਾਂ ਹੀ ਆਪਣੀ ਵੱਲੋਂ ਕੋਈ ਕਸਰ ਨਹੀਂ ਛੱਡੀ। ਔਰ ਦੂਸਰੀ ਗੱਲ, ਉਹਦੇ 'ਚ ਅਦਲਾ ਬਦਲੀ ਕਰਨ ਦੀ ਜਾਂ ਕੋਈ ਵਾਧ ਘਾਟ ਕਰਨ ਦੀ, ਇਹ ਬਾਦਸ਼ਾਹ ਇਹ ਕਾਰਜ ਤੇ ਸੰਪੂਰਨ ਹੋ ਚੁੱਕਾ ਹੈ। ਹੁਣ ਉਹਦੇ ਵਿੱਚ ਕੋਈ ਤਬਦੀਲੀ, ਕੋਈ ਵਾਧ ਘਾਟ ਹੋ ਹੀ ਨਹੀਂ ਸਕਦੀ। ਦੇਖੋ ਸਤਿਗੁਰੂ ਜੀ ਦਾ ਮਤ, ਉਹਨਾਂ ਦਾ ਫੈਸਲਾ, ਉਹਨਾਂ ਵਾਸਤੇ ਇਹ ਕੋਈ ਸਾਧਾਰਨ ਪੁਸਤਕ ਨਹੀਂ। ਉਹਨਾਂ ਵਾਸਤੇ ਇਸ ਬਾਣੀ ਦਾ ਦਰਜਾ ਕੋਈ ਆਮ ਕਵਿਤਾ ਵਾਲਾ ਨਹੀਂ। ਸਾਰ ਸੰਗਤ ਸਾਡੇ ਗੁਰੂ ਸਾਹਿਬਾਨ ਨੇ ਇਸ ਬਾਣੀ ਦੀ ਬਾਬਤ ਕੀ ਕਿਹਾ? ਜੈਸੀ ਮੈਂ ਆਵੈ ਖਸਮ ਕੀ ਬਾਣੀ। ਇਹ ਤਾਂ ਸਾਡੇ ਖਸਮ ਦਾ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ। ਇਹਦੇ ਵਿੱਚ ਕੋਈ ਹੇਰ ਫੇਰ, ਕੋਈ ਅਦਲਾ ਬਦਲੀ, ਕੋਈ ਤਬਦੀਲੀ ਨਹੀਂ ਹੋ ਸਕਦੀ। ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਇਹ ਤਾਂ ਰੱਬੀ ਹੁਕਮ ਹੈ, ਅਸੀਂ ਤਾਂ ਇੱਕ ਜ਼ਰੀਆ ਹਾਂ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ, ਹਰ ਕਰਤਾ ਆਪ ਮੂੰਹੋਂ ਕਢਾਏ। ਜੋ ਸਾਡੇ ਕੋਲੋਂ ਸਾਡੇ ਮਾਲਕ ਸਾਡੇ ਪ੍ਰਭੂ ਨੇ ਲਿਖਾ ਲਿਆ ਹੈ, ਅਸੀਂ ਤਾਂ ਉਸਦੇ ਆਦੇਸ਼ ਦਾ ਅਨੁਸਰਨ ਕੀਤਾ ਹੈ, ਉਸਦੇ ਹੁਕਮ ਨੂੰ ਫਾਲੋ ਕੀਤਾ ਹੈ। ਇਹਦੇ ਵਿੱਚ ਹੁਣ ਕੋਈ ਵਾਧ ਘਾਟ ਨਹੀਂ ਹੋ ਸਕਦੀ। ਸਾਡੇ ਵਾਸਤੇ ਤਾਂ ਇਸ ਦਾ ਮੁਰਾਤਬਾ, ਇਸ ਦਾ ਰੁਤਬਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ।
ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ। ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ। ਵਾਹੋ ਬਾਣੀ ਨਿਰੰਕਾਰ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ। ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ, ਤਿਸ ਦੇਵੜ ਆਵਰ ਨਾ ਕੋਏ। ਸਾਰ ਸੰਗਤ ਸਤਿਗੁਰੂ ਜੀ ਤੇ ਆਪ ਸਮਰੱਥ ਸਨ। ਉਹਦੇ 'ਚ ਕੋਈ ਤਬਦੀਲੀ, ਕੋਈ ਅਦਲਾ ਬਦਲੀ, ਕੋਈ ਵਾਧ ਘਾਟ ਕਰਨ ਵਾਸਤੇ ਆਥੋਰਾਈਜ਼ਡ ਸਨ। ਕੋਈ ਅਸਮਾਨ ਨਹੀਂ ਸੀ ਡਿੱਗ ਪੈਣਾ ਜੇ ਸਤਿਗੁਰੂ ਜੀ ਐਸਾ ਕਰ ਦਿੰਦੇ। ਪਰ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਦਸ਼ਾਹ ਜਹਾਂਗੀਰ ਦੇ ਜ਼ੇਰੇ ਅਸਰ ਹੋ ਕੇ ਉਸ ਦੇ ਦਬਾਅ ਹੇਠ ਆਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਕੋਈ ਤਬਦੀਲੀ, ਕੋਈ ਵਾਧ ਘਾਟ ਕਰਦੇ। ਕੱਲ੍ਹ ਨੂੰ ਅੱਗੇ ਵੀ ਬਾਦਸ਼ਾਹ ਹੋਣੇ ਨੇ, ਅੱਗੇ ਵੀ ਇਹ ਗੁਰੂ ਨਾਨਕ ਦੀ ਗੱਦੀ ਇਸੇ ਤਰ੍ਹਾਂ ਮੁਤਬਾਤਰ ਚੱਲਦੀ ਰਹਿਣੀ ਹੈ। ਅਗਲਾ ਬਾਦਸ਼ਾਹ ਕੋਈ ਹੋਰ ਤਬਦੀਲੀ ਕਰਾ ਦੇਵੇਗਾ, ਉਸ ਤੋਂ ਅਗਲਾ ਕੋਈ ਹੋਰ ਤਬਦੀਲੀ ਕਰਵਾਏਗਾ। ਇੱਕ ਦਿਨ ਉਹ ਆ ਜਾਏਗਾ ਜਦੋਂ ਇਸ ਗੁਰਬਾਣੀ ਦਾ ਅਸਲੀ ਸਰੂਪ ਅਸਲੀ ਨਹੀਂ ਰਹਿ ਜਾਏਗਾ। ਇਹਦੇ ਵਿੱਚ ਬੜੀਆਂ ਤਬਦੀਲੀਆਂ, ਬੜੇ ਹੇਰ ਫੇਰ, ਬੜੀ ਵਾਧ ਘਾਟ ਹੋ ਜਾਵੇਗੀ। ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਉਹ ਸਾਰ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਫ਼ ਇਨਕਾਰ ਕਰ ਦਿੱਤਾ, ਬਲਕਿ ਆਪਣੇ ਪੈਰੋਕਾਰ, ਆਪਣੇ ਗੁਰਸਿੱਖਾਂ ਲਈ ਇੱਕ ਪਿਰਤ ਪਾ ਦਿੱਤੀ। ਉਹ ਸਾਧ ਸੰਗਤ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਤੇ ਹਿੰਦੁਸਤਾਨ ਦੇ ਚੱਕਰਵਰਤੀ ਬਾਦਸ਼ਾਹ ਦੀ ਪਰਵਾਹ ਨਹੀਂ ਕੀਤੀ। ਇਹਦੇ 'ਚ ਕੋਈ ਅਦਲਾ ਬਦਲੀ ਪ੍ਰਵਾਨ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ। ਪਰ ਕਈ ਵਾਰ ਬੜਾ ਅਫਸੋਸ ਹੁੰਦਾ ਹੈ, ਅਸੀਂ ਆਪਣੀ ਮੱਤ ਨੂੰ ਗੁਰੂ ਦੀ ਮੱਤ ਨੂੰ ਨਾਲੋਂ ਵੀ ਵੱਡੀ ਜਾਣ ਕੇ ਕਦੀ ਸਾਨੂੰ ਭਗਤਾਂ ਦੀ ਬਾਣੀ ਉੱਪਰ ਕਿੰਤੂ ਪਰੰਤੂ ਹੋਣ ਲੱਗ ਜਾਂਦਾ ਹੈ। ਕਦੀ ਭੱਟਾਂ ਦੀ ਬਾਣੀ ਸਾਡੇ ਗਲੇ ਨਹੀਂ ਉਤਰਦੀ, ਕਦੀ ਗੁਰਬਾਣੀ ਦੇ ਵਿੱਚ ਆਉਣ ਵਾਲੇ ਕਈ ਇੱਕ ਸ਼ਬਦਾਂ ਦੇ ਉੱਪਰ ਸਾਨੂੰ ਇਤਰਾਜ਼ ਹੁੰਦਾ ਹੈ ਕਿ ਇਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਨਹੀਂ ਹੋਣੇ ਚਾਹੀਦੇ। ਆਪਣੇ ਆਪ ਨੂੰ ਕਹਾਉਣ ਵਾਲੇ ਵਿਦਵਾਨ, ਆਪਣੇ ਆਪ ਨੂੰ ਕਹਾਉਣ ਵਾਲੇ ਬਹੁਤ ਸਾਰੇ ਪ੍ਰਚਾਰਕ, ਉਹਨਾਂ ਨੇ ਆਪਣੇ ਵੱਲੋਂ ਐਸੇ ਕੁਝ ਯਤਨ ਕੀਤੇ ਵੀ, ਪਰ ਸਾਧ ਸੰਗਤ ਸਿੱਖ ਜਗਤ ਨੇ ਇਸ ਗੱਲ ਦਾ
ਬੜਾ ਭਾਰੀ ਇਤਰਾਜ਼ ਕੀਤਾ, ਉਹਨਾਂ ਨੂੰ ਪੰਥ ਵਿੱਚੋਂ ਛੇਕਿਆ ਵੀ ਗਿਆ। ਇੱਥੋਂ ਤੱਕ ਇੱਕ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਕਿ ਬਹੁਤ ਵੱਡੀ ਤਬਦੀਲੀ ਨਹੀਂ ਸੀ, ਮੰਗਲਾਂ ਦੇ ਵਿੱਚ ਅਦਲਾ ਬਦਲੀ ਕਰ ਦਿੱਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਿਰਲੇਖ ਤੋਂ ਪਹਿਲਾਂ ਵੀ ਮੰਗਲ ਆਉਂਦੇ ਨੇ, ਔਰ ਕਈ ਜਗ੍ਹਾ ਸਿਰਲੇਖ ਤੋਂ ਬਾਅਦ ਵੀ ਨੇ। ਸਿਰਫ ਇੰਨੀ ਕੁ ਤਬਦੀਲੀ ਕੀਤੀ, ਉਹਨਾਂ ਦਾ ਸੀਕੁਐਂਸ ਬਦਲਿਆ, ਸਾਰੇ ਮੰਗਲ ਸਿਰਲੇਖ ਤੋਂ ਪਹਿਲਾਂ ਲਿਖ ਦਿੱਤੇ। ਪਰ ਸਾਧ ਸੰਗਤ ਸਿੱਖ ਜਗਤ ਨੇ ਇੰਨੀ ਕੁ ਤਬਦੀਲੀ ਵੀ ਪ੍ਰਵਾਨ ਨਹੀਂ ਕੀਤੀ। ਕਈ ਸਾਲ ਮੁਤਬਾਤਰ ਜਿਹੜੇ ਗੁਰੂ ਨਾਨਕ ਦੇ ਦਰੋਂ ਘਰੋਂ ਗੁਰੂ ਸਾਹਿਬ ਮਹਾਂਪੁਰਖ ਸਨ, ਹੋਰ ਸਿੱਖ ਜਥੇਬੰਦੀਆਂ ਸਨ, ਉਹਨਾਂ ਨੇ ਇਤਰਾਜ਼ ਕੀਤਾ। ਥਾਂ ਥਾਂ 'ਤੇ ਮੀਟਿੰਗਾਂ ਹੁੰਦੀਆਂ ਰਹੀਆਂ। ਫਿਰ ਅਖੀਰਲੀ ਮੀਟਿੰਗ ਰਾੜਾ ਸਾਹਿਬ ਹੋਈ। ਸੰਤ ਬਾਬਾ ਈਸ਼ਰ ਸਿੰਘ ਜੀ ਉਹਨਾਂ ਮਹਾਂਪੁਰਖਾਂ ਦੀ ਸਰਪ੍ਰਸਤੀ ਹੇਠ ਸਾਰੀਆਂ ਹੀ ਪ੍ਰਸਿੱਧ ਸਿੱਖ ਸੰਪਰਦਾਵਾਂ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ, ਇਸੇ ਤਰ੍ਹਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ, ਨਾਨਕਸਰ ਸੰਪਰਦਾਇ ਦੇ ਮਹਾਂਪੁਰਖ, ਚੀਫ ਖਾਲਸਾ ਦੀਵਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਨੁਮਾਇੰਦੇ, ਫਿਰ ਸਭਨਾਂ ਨੇ ਇਕਮਤ ਹੋ ਕੇ ਫੈਸਲਾ ਲੈ ਲਿਆ ਵੀ ਜਿਸ ਤਰਤੀਬ ਦੇ ਵਿੱਚ ਵੀ ਸਾਡੇ ਗੁਰੂ ਸਾਹਿਬਾਨ ਨੇ ਮੰਗਲ ਲਿਖ ਦਿੱਤੇ, ਭਾਵੇਂ ਸਿਰਲੇਖ ਤੋਂ ਪਹਿਲਾਂ ਭਾਵੇਂ ਬਾਅਦ ਵਿੱਚ, ਅੱਗੋਂ ਵਾਸਤੇ ਇਹਨਾਂ ਵਿੱਚ ਕੋਈ ਅਦਲਾ ਬਦਲੀ ਕਰਨ ਦੀ ਕੋਈ ਹਿੰਮਤ ਨਹੀਂ ਕਰੇਗਾ। ਇਹਨਾਂ ਦਾ ਸੀਕੁਐਂਸ, ਇਹਨਾਂ ਦੀ ਤਰਤੀਬ, ਇਹਨਾਂ ਦਾ ਆਰਡਰ ਇਸੇ ਤਰ੍ਹਾਂ ਬਰਕਰਾਰ ਰਹੇਗਾ। ਜੇ ਮੰਗਲ ਸਿਰਲੇਖ ਤੋਂ ਪਹਿਲਾਂ ਲਿਖੇ ਨੇ ਤਾਂ ਪਹਿਲਾਂ ਹੀ ਰਹਿਣਗੇ, ਜੇ ਪਿੱਛੋਂ ਲਿਖੇ ਨੇ ਤਾਂ ਪਿੱਛੋਂ ਹੀ ਬਾਅਦ ਵਿੱਚ ਹੀ ਰਹਿਣਗੇ। ਸਾਰ ਸੰਗਤ ਵਿਚਾਰ ਕਰਨ ਤੋਂ ਭਾਵ ਸਿੱਖ ਜਗਤ ਨੇ ਇੰਨੀ ਕੁ ਤਬਦੀਲੀ ਵੀ ਪ੍ਰਵਾਨ ਨਹੀਂ ਕੀਤੀ। ਦੇਖੋ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਥੋੜ੍ਹੀ ਬਹੁਤ ਵੀ ਨਰਮੀ ਵਰਤੀ ਹੁੰਦੀ ਨਾ, ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਅੱਜ ਵਾਲਾ ਸਰੂਪ ਨਹੀਂ ਸੀ ਹੋਣਾ। ਇਹਦੇ ਵਿੱਚ ਬਾਅਦ ਘਾਟ ਅਦਲਾ ਬਦਲੀਆਂ ਨਿਰੰਤਰ ਹੁੰਦੀਆਂ ਹੀ ਰਹਿਣੀਆਂ ਸਨ। ਉਹ ਸਾਰ ਸੰਗਤ ਇੱਕ ਬਹੁਤ ਵੱਡਾ ਫੈਕਟਰ ਹੈ, ਜਿਸ ਨੂੰ ਕਈ ਵਾਰ ਆਪਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਦਸ਼ਾਹ ਜਹਾਂਗੀਰ ਨੂੰ ਇਹ ਸਾਫ਼ ਕਹਿ ਦਿੱਤਾ, ਸਾਫ਼ ਇਨਕਾਰ ਕਰ ਦਿੱਤਾ ਕਿ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਿਰਜਣਾ ਦਾ ਕਾਰਜ ਸੰਪੂਰਨ ਹੋ ਚੁੱਕਾ ਹੈ। ਹੁਣ ਇਹਦੇ ਵਿੱਚ ਕੋਈ ਵਾਦ ਘਾਟ, ਕੋਈ ਤਬਦੀਲੀ, ਕੋਈ ਅਦਲਾ ਬਦਲੀ ਨਹੀਂ ਹੋਵੇਗੀ। ਖੈਰ, ਬਾਦਸ਼ਾਹ ਜਹਾਂਗੀਰ ਫਿਰ ਕਹਿਣ ਲੱਗਿਆ ਵੀ ਤੁਸੀਂ ਮੇਰੇ ਬਾਗੀ ਪੁੱਤਰ ਨੂੰ ਪਨਾਹ ਦਿੱਤੀ ਹੈ, ਉਸ ਦੀ ਮਦਦ ਕੀਤੀ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਅਸੀਂ ਤਾਂ ਕਿਸੇ ਦੀ ਮਦਦ ਨਹੀਂ ਕੀਤੀ, ਨਾ ਅਸੀਂ ਕਿਸੇ ਨੂੰ ਬੁਲਾਇਆ, ਨਾ ਕਿਸੇ ਨੂੰ ਪਨਾਹ ਦਿੱਤੀ ਹੈ। ਠੀਕ ਹੈ, ਆਇਆ ਗੁਰੂ ਨਾਨਕ ਦੇ ਘਰ ਵਿੱਚ, ਉੱਥੇ ਕਿਸੇ ਵਾਸਤੇ ਬੰਦਿਸ਼ ਤਾਂ ਹੈ ਹੀ ਨਹੀਂ। ਗੁਰੂ ਕੇ ਲੰਗਰੋਂ ਹੋਰ ਵੀ ਸੰਗਤਾਂ ਪ੍ਰਸ਼ਾਦ ਪਾਣੀ ਛਕਦੀਆਂ ਨੇ, ਉਸ ਨੇ ਵੀ ਛਕ ਲਿਆ। ਇਹ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ। ਕਿਸੇ ਵੇਲੇ ਤੇਰਾ ਪਿਤਾ ਬਾਦਸ਼ਾਹ ਅਕਬਰ ਗਿਆ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ, ਉਸ ਨੂੰ ਵੀ ਗੁਰੂ ਨਾਨਕ ਦੇ ਘਰੋਂ ਵਡਿਆਈ ਮਿਲੀ, ਸਿਰੋਪਾਓ ਦੀ ਬਖਸ਼ਿਸ਼ ਹੋਈ। ਕੱਲ੍ਹ ਤੇਰਾ ਪੁੱਤਰ ਚਲਿਆ ਗਿਆ, ਅਸੀਂ ਤਾਂ ਤੇਰਾ ਸਾਹਿਬਜ਼ਾਦਾ ਜਾਣ ਕੇ ਉਸ ਨੂੰ ਗੁਰੂ ਘਰੋਂ ਸਿਰੋਪਾਓ ਦਿੱਤਾ ਹੈ। ਹਾਂਜੀ, ਕੱਲ੍ਹ ਨੂੰ ਸ਼ਰਧਾ ਦੇ ਨਾਲ ਚੱਲ ਕੇ ਤੂੰ ਆਵੇਂਗਾ, ਫਿਰ ਤੇਰਾ ਵੀ ਜਥਾਯੋਗ ਸਨਮਾਨ ਹੋਵੇਗਾ। ਅਸੀਂ ਉਸ ਨੂੰ ਬਗਾਵਤ ਵਾਸਤੇ ਉਕਸਾਉਣ ਲਈ ਉਸ ਦੀ ਕੋਈ ਮਦਦ ਨਹੀਂ ਕੀਤੀ, ਨਾ ਉੱਥੇ ਵਿਸ਼ਾ ਹੀ ਚੱਲਿਆ। ਉੱਥੇ ਆਇਆ ਆਪਣੇ ਸਾਥੀਆਂ ਸਮੇਤ, ਗੁਰੂ ਕੇ ਲੰਗਰੋਂ ਪ੍ਰਸ਼ਾਦ ਪਾਣੀ ਛਕ ਕੇ ਵਾਪਸ ਪਰਤ ਗਿਆ ਵੀ ਸਾਡਾ ਤਾਂ ਇਸ ਗੱਲ ਦੇ ਨਾਲ ਕੋਈ ਵਾਸਤਾ ਹੀ ਨਹੀਂ, ਝਗੜਾ ਹੋਵੇਗਾ ਤੁਹਾਡਾ ਪਿਓ ਪੁੱਤਰ ਦਾ। ਕਹਿਣ ਲੱਗਾ ਤੁਸੀਂ ਉਸ ਨੂੰ ਪਨਾਹ ਦਿੱਤੀ ਹੈ, ਉਸ ਦੇ ਮੱਥੇ ਪਰ ਤਿਲਕ ਲਾਇਆ। ਸਤਿਗੁਰੂ ਜੀ ਫਿਰ ਕਹਿਣ ਲੱਗੇ ਵੀ ਗੁਰੂ ਨਾਨਕ ਦੇ ਘਰ ਵਿੱਚ ਤਾਂ ਤਿਲਕ ਦੀ ਮਰਿਆਦਾ ਹੀ ਨਹੀਂ। ਇੱਕ ਵਾਰ ਤਿਲਕ ਲੱਗਦਾ ਜਦੋਂ ਅਗਲੇ ਗੁਰੂ ਨੂੰ ਗੁਰਤਾ ਕਦੀ ਬਖਸ਼ਣੀ ਹੁੰਦੀ ਹੈ। ਪਰ ਸਾਧ ਸੰਗਤ ਬਾਦਸ਼ਾਹ ਜਹਾਂਗੀਰ ਕਹਿਣ ਲੱਗਾ ਵੀ ਤੁਹਾਨੂੰ ਇਸ ਦੋਸ਼ ਦੇ ਬਦਲੇ 2 ਲੱਖ ਰੁਪਇਆ ਜੁਰਮਾਨਾ ਭਰਨਾ ਪਵੇਗਾ। ਸਤਿਗੁਰੂ ਜੀ ਕਹਿਣ ਲੱਗੇ ਵੀ 2 ਲੱਖ ਰੁਪਇਆ? ਸਾਡੇ ਪਾਸ 2 ਲੱਖ ਰੁਪਇਆ ਕਿੱਥੋਂ ਆ ਗਿਆ? ਨਾਲ ਅਸੀਂ ਕਿਹੜਾ ਅਪਰਾਧ ਕੀਤਾ
ਜਿਸ ਦੇ ਬਦਲੇ ਅਸੀਂ ਇਤਨਾ ਵੱਡਾ ਦੰਡ ਭਰੀਏ। ਜੇ ਤੂੰ ਇਸ ਗੱਲ ਨੂੰ ਅਪਰਾਧ ਮੰਨਦਾ ਵੀ ਹੈ, ਫਿਰ ਸਾਡੇ ਪਾਸ ਇਤਨਾ ਸਰਮਾਇਆ ਹੈ ਹੀ ਨਹੀਂ। ਸਾਡੇ ਪਾਸ ਤੇ 2 ਲੱਖ ਦੂਰ ਦੀ ਗੱਲ ਰਹੀ, ਆਪਣੀਆਂ 2 ਕੌਡੀਆਂ ਵੀ ਨਹੀਂ ਜਿਹੜੀਆਂ ਸਰਕਾਰੀ ਖਜ਼ਾਨੇ ਵਾਸਤੇ ਦੇ ਸਕੀਏ। ਕਹਿਣ ਲੱਗਾ ਤੁਹਾਡੇ ਚਰਨਾਂ ਵਿੱਚ ਤੇ ਮਾਇਆ ਦਾ ਮੀਂਹ ਬਰਸਦਾ ਹੈ, ਤੁਹਾਡੇ ਵਾਸਤੇ ਤਾਂ ਮਾਮੂਲੀ ਗੱਲ ਹੈ 2 ਲੱਖ ਰੁਪਇਆ ਜੁਰਮਾਨਾ ਅਦਾ ਕਰਨਾ। ਹੁਣ ਸਤਿਗੁਰੂ ਜੀ ਜਾਣ ਗਏ ਵੀ ਇਹਦੀ ਨਿਗਾਹ ਸੰਗਤਾਂ ਦੀਆਂ ਕਾਰ ਭੇਟਾਵਾਂ ਦੇ ਉੱਪਰ ਹੈ। ਇਹ ਬਾਦਸ਼ਾਹ, ਜਿਹੜੀਆਂ ਸਾਡੇ ਪਾਸ ਸੰਗਤਾਂ ਦੀਆਂ ਭੇਟਾਵਾਂ ਆਉਂਦੀਆਂ ਨੇ, ਉਹ ਹੈ ਸੰਗਤਾਂ ਦੀ ਅਮਾਨਤ। ਵੀ ਅਸੀਂ ਉਹਦੇ ਵਿੱਚ ਖਿਆਨਤ ਨਹੀਂ ਕਰ ਸਕਦੇ। ਸੰਗਤਾਂ ਦੀਆਂ ਉਸ ਕਾਰ ਭੇਟਾਵਾਂ ਦੇ ਨਾਲ ਜੋ ਸੰਗਤਾਂ ਦੀ ਖੂਨ ਪਸੀਨੇ ਦੀ ਕਮਾਈ ਹੈ, 10 ਨੌਹਾਂ ਦੀ ਕਿਰਤ ਹੈ, ਕਿ ਕੋਈ ਪਰਉਪਕਾਰ ਦਾ ਕਾਰਜ ਹੋ ਸਕਦਾ ਹੈ। ਸੰਗਤਾਂ ਦੀ ਸਹੂਲਤ ਵਾਸਤੇ ਮੰਦਿਰਾਂ ਦੀ ਉਸਾਰੀ ਹੋ ਸਕਦੀ ਹੈ, ਬੌਲੀਆਂ ਲੱਗ ਸਕਦੀਆਂ ਨੇ, ਸਰੋਵਰ ਬਣਵਾਏ ਜਾ ਸਕਦੇ ਨੇ, ਕਿਸੇ ਗਰੀਬ ਨੂੰ, ਕਿਸੇ ਭੁੱਖੇ ਨੂੰ ਭੋਜਨ ਦਿੱਤਾ ਜਾ ਸਕਦਾ ਹੈ, ਨਗਨ ਨੂੰ ਵਸਤਰ ਦਿੱਤਾ ਜਾ ਸਕਦਾ ਹੈ। ਇਹ ਸੇਵਾਵਾਂ ਤੇ ਹੋ ਸਕਦੀਆਂ ਨੇ। ਕਿ ਉਹ ਸੰਗਤਾਂ ਦੀਆਂ ਭੇਟਾਵਾਂ ਦੇ ਵਿੱਚੋਂ 2 ਲੱਖ ਤੇ ਦੂਰ ਦੀ ਗੱਲ ਰਹੀ, 2 ਕੌਡੀਆਂ ਵੀ ਸਰਕਾਰੀ ਖਜ਼ਾਨੇ ਵਾਸਤੇ ਨਹੀਂ ਦਿੱਤੀਆਂ ਜਾ ਸਕਦੀਆਂ। ਉਹ ਸਾਡੇ ਕੋਈ ਆਪਣੀ ਮਲਕੀਅਤ, ਕੋਈ ਸਾਡੀ ਆਪਣੀ ਜਾਇਦਾਦ, ਸਾਡਾ ਕੋਈ ਆਪਣਾ ਸਰਮਾਇਆ ਨਹੀਂ। ਉਹ ਤੇ ਸਾਡੇ ਪਾਸ ਸੰਗਤਾਂ ਦੀ ਅਮਾਨਤ ਹੈ। ਇਸ ਕਰਕੇ ਅਸੀਂ ਇਤਨਾ ਵੱਡਾ ਜੁਰਮਾਨਾ ਅਦਾ ਨਹੀਂ ਕਰ ਸਕਦੇ। ਹੁਣ ਸਾਧ ਸੰਗਤ, ਫਿਰ ਤੀਸਰੀ ਸ਼ਰਤ ਬਾਦਸ਼ਾਹ ਜਹਾਂਗੀਰ ਨੇ ਆਪਣੇ ਵੱਲੋਂ ਰੱਖੀ ਵੀ ਜੇ ਤੁਸੀਂ ਜੁਰਮਾਨਾ ਅਦਾ ਨਹੀਂ ਕਰ ਸਕਦੇ, ਫਿਰ ਇੱਕ ਆਸਾਨ ਰਸਤਾ ਹੋਰ ਵੀ ਹੈ, ਤੁਸੀਂ ਦੀਨ ਇਸਲਾਮ ਕਬੂਲ ਕਰ ਲਓ। ਕਿਉਂਕਿ ਪਹਿਲਾਂ ਹੀ ਚਾਹੁੰਦਾ ਸੀ ਨਾ, ਉਸਨੇ ਆਪਣੀ ਲਿਖਤ ਦੇ ਵਿੱਚ ਸਪਸ਼ਟ ਕੀਤਾ ਸੀ ਕਿ ਕਈ ਵਾਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਾਂ ਤਾਂ ਉਸ ਅਰਜਨ ਮਨ ਨਾਮ ਦੇ ਹਿੰਦੂ ਫਕੀਰ ਨੂੰ ਦੀਨ ਇਸਲਾਮ ਵਿੱਚ ਲੈ ਆਵਾਂ, ਜਾਂ ਫਿਰ ਜੋ ਉਸ ਦੀ ਚੱਲ ਰਹੀ ਦੁਕਾਨੇ ਬਾਤਲ, ਝੂਠ ਦੀ ਦੁਕਾਨ, ਇਸ ਨੂੰ ਸਦਾ ਵਾਸਤੇ ਬੰਦ ਕਰ ਦਿਆਂ। ਸਤਿਗੁਰੂ ਜੀ ਕਹਿਣ ਗਿਆ, ਬਾਦਸ਼ਾਹ ਵੀ ਤੈਨੂੰ ਆਪਣਾ ਦੀਨ ਪਿਆਰਾ ਹੈ, ਸਾਨੂੰ ਆਪਣਾ ਧਰਮ ਪਿਆਰਾ ਹੈ। ਜੇ ਤੂੰ ਆਪਣਾ ਧਰਮ ਨਹੀਂ ਛੱਡ ਸਕਦਾ, ਅਸੀਂ ਆਪਣਾ ਸੋਏ ਧਰਮ ਵੀ ਨਹੀਂ ਛੱਡ ਸਕਦੇ। ਸਾਰ ਸੰਗਤ ਬਾਦਸ਼ਾਹ ਜਹਾਂਗੀਰ ਨੇ ਆਪ ਤੇ ਅੱਗੇ ਕੁਝ ਨਾ ਕਿਹਾ। ਜਿਹੜੀ ਇਸ ਦੀ ਪਹਿਲਾਂ ਹੀ ਬਣਾਈ ਵਿਉਂਤ ਸੀ, ਜਿਹੜਾ ਪਹਿਲਾਂ ਹੀ ਇਸ ਦਾ ਪਲਾਨ ਸੀ, ਉਹ ਸਾਰ ਸੰਗਤ ਇਸਨੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਉਸ ਕਰਿੰਦੇ, ਉਸ ਗੁਰੂ ਘਰ ਦੇ ਦੋਖੀ, ਗੁਰੂ ਘਰ ਦੇ ਨਿੰਦਕ ਚੰਦੂ ਦੇ ਹਵਾਲੇ ਕਰ ਦਿੱਤਾ ਵੀ ਤੂੰ ਇਹਨਾਂ ਪਾਸੋਂ ਇਹ ਜੁਰਮਾਨਾ ਵਸੂਲ ਕਰ। ਆਪ ਬਾਦਸ਼ਾਹ ਨੇ ਉੱਥੋਂ ਆਪਣਾ ਡੇਰਾ ਅੱਗੇ ਕੂਚ ਕਰ ਦਿੱਤਾ। ਫਿਰ ਸਾਰ ਸੰਗਤ ਤੋਂ ਚੰਦੂ ਕੌਣ ਸੀ, ਇਸ ਦੀ ਕਿਹੋ ਜਿਹੀ ਸੋਚ ਸੀ, ਗੁਰੂ ਘਰ ਦੇ ਪ੍ਰਤੀ ਇਸ ਦੇ ਮਨ ਵਿੱਚ ਕਿੰਨੀ ਨਫ਼ਰਤ ਭਰੀ ਪਈ ਸੀ, ਇਹਦੀ ਬਾਬਤ ਆਪਾਂ ਪਹਿਲਾਂ ਵਿਚਾਰ ਕਰ ਹੀ ਚੁੱਕੇ ਹਾਂ। ਬਾਦਸ਼ਾਹ ਜਹਾਂਗੀਰ ਵੀ ਭਲੀ ਪ੍ਰਕਾਰ ਇਹ ਗੱਲ ਜਾਣਦਾ ਸੀ। ਇਹ ਗੱਲ ਜ਼ਰੂਰ ਸੰਗਤਾਂ ਵਿੱਚ ਵੀ ਵਿਦਿਤ ਹੋਵੇਗੀ, ਜਾਂ ਇਸ ਦਾ ਉਚੇਚੇ ਤੌਰ 'ਤੇ ਜ਼ਰੂਰ ਪ੍ਰਚਾਰ ਕੀਤਾ ਗਿਆ ਹੋਵੇਗਾ ਕਿ ਇਹਦੀ ਲੜਕੀ ਦਾ ਰਿਸ਼ਤਾ ਗੁਰੂ ਜੀ ਨੇ ਮੰਨਿਆ ਨਹੀਂ। ਇਸ ਕਰਕੇ ਜਿਹੜੀਆਂ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣੀਆਂ ਨੇ ਜਾਂ ਇਹਨਾਂ ਨੂੰ ਸ਼ਹੀਦ ਕੀਤਾ ਜਾਣਾ ਹੈ, ਇਹਦੀ ਸਾਰੀ ਜ਼ਿੰਮੇਵਾਰੀ ਇਸ ਦੀਵਾਨ ਚੰਦੂ ਉੱਪਰ ਆ ਜਾਵੇਗੀ। ਫਿਰ ਸਾਰ ਸੰਗ ਜਿਵੇਂ ਉਸ ਦੁਸ਼ਟ ਨੇ, ਗੁਰੂ ਦੋਖੀ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਸੀਹੇ ਦੇ ਕੇ, ਤੱਤੀਆਂ ਤਵੀਆਂ ਪਰ ਬਿਠਾ ਕੇ, ਤੱਤੀ ਰੇਤ ਸੀਸ ਵਿੱਚ ਪਾ ਕੇ, ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ, ਉਹ ਪ੍ਰਕਰਨ ਆਪ ਨੇ ਪਹਿਲਾਂ ਸਰਵਣ ਕਰ ਹੀ ਲਿਆ ਹੈ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖੋ, ਸਾਡੇ ਗੁਰੂ ਪੀਰਾਂ ਦਾ ਜੀਵਨ ਕਈ ਵਾਰ ਦਾਸ ਅਰਜ਼ ਕਰਦਾ ਵੀ ਆਦਰਸ਼ਕ ਹੈ। ਉਹਨਾਂ ਦੇ ਜੀਵਨ ਨਾਲ ਸੰਬੰਧਿਤ ਹਰ ਘਟਨਾ ਤੋਂ ਸਾਨੂੰ ਕੋਈ ਪ੍ਰੇਰਨਾ ਮਿਲਦੀ ਹੈ। ਔਰ ਜਿਹੜਾ ਉਪਦੇਸ਼ ਉਹਨਾਂ ਨੇ ਪੈਰੋਕਾਰਾਂ ਆਪਣੀ ਉਮਤ ਵਾਸਤੇ ਦਿੱਤਾ, ਉਸ ਨੂੰ ਪਹਿਲਾਂ ਆਪਣੇ ਜੀਵਨ 'ਤੇ ਢਾਲਿਆ। ਦੇਖੋ, ਜੇਠ ਦਾ ਮਹੀਨਾ ਚੱਲ ਰਿਹਾ, ਇੱਕ ਵਾਰ ਦਾ ਜ਼ਿਕਰ ਸਤਿਗੁਰੂ ਜੀ ਜੇਠ ਮਹੀਨੇ ਦੁਆਰਾ ਸੰਗਤਾਂ ਨੂੰ ਗੁਰਮਤਿ ਦ੍ਰਿੜ ਕਰਵਾ ਰਹੇ ਨੇ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ, ਕਿਸੇ ਨਾ ਦੇਈ ਬੰਨ।
ਮਾਣਕ ਮੋਤੀ ਨਾਮ ਪ੍ਰਭ, ਉਣ ਲੱਗੈ ਨਾਹੀ ਸਨ, ਰੰਗ ਸਭੇ ਨਾਰਾਇਣੇ, ਜੇਤੇ ਮਨ ਪਾਵਨ। ਜੋ ਹਰ ਲੋੜੇ ਸੋ ਕਰੇ, ਸੋਈ ਜੀ ਕਰਨ, ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ। ਸਾਧੂ ਸੰਗ ਪ੍ਰਾਪਤੇ, ਜਿਨ੍ਹਾਂ ਨੂੰ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਵਿੱਚ ਅਭੇਦ ਕਰ ਲਿਆ, ਉਹਨਾਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਧੰਨਤਾ ਯੋਗ ਕਥਨ ਗਿਆ, ਧੰਨਤਾ ਯੋਗ ਕਥਨ ਕੀਤਾ। ਸਾਧੂ ਸੰਗ ਪ੍ਰਾਪਤੇ ਨਾਨਕ, ਰੰਗ ਮਾਣਨ ਹਰ ਜੇਠ, ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਇਸ ਸ਼ਬਦ ਦੀ ਸਤਿਗੁਰੂ ਜੀ ਵਿਆਖਿਆ ਕਰ ਰਹੇ ਨੇ, ਸੰਗਤਾਂ ਨੂੰ ਜੇਠ ਮਹੀਨੇ ਦੁਆਰਾ ਗੁਰਮਤਿ ਦਾ ਪਵਿੱਤਰ ਉਪਦੇਸ਼ ਦੇ ਰਹੇ ਨੇ। ਕਹਿੰਦੇ ਸਾਈਂ ਮੀਆਂ ਮੀਰ ਜੀ ਉਸ ਵੇਲੇ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਨ। ਉਹਨਾਂ ਨੇ ਸਤਿਗੁਰੂ ਜੀ ਦੇ ਅੱਗੇ ਫਿਰ ਇੱਕ ਪ੍ਰਸ਼ਨ ਕੀਤਾ, ਮਹਾਰਾਜ ਕਿਵੇਂ ਹੋ ਸਕਦਾ ਕਿ ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸਾਰੇ ਰੰਗ ਚੰਗੇ ਲੱਗਦੇ ਹੋਣ? ਪ੍ਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਬੜੇ ਰੰਗ ਨੇ, ਵੱਡੇ ਵੱਡੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ ਔਲੀਏ। ਜਦੋਂ ਕੋਈ ਐਸਾ ਸਬੱਬ ਬਣਦਾ, ਕੋਈ ਪ੍ਰਮਾਤਮਾ ਨੂੰ ਉਲਾਮਾ ਦਿੰਦਾ ਦੇਖਿਆ ਗਿਆ, ਕਈਆਂ ਨੇ ਕਿੰਤੂ ਪ੍ਰੰਤੂ ਕੀਤਾ। ਪਰ ਜੋ ਆਪ ਇਹ ਵਚਨ ਕਹਿ ਰਹੇ ਹੋ, ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਸਾਈਂ ਜੀ ਕੋਈ ਵਕਤ ਆਵੇਗਾ ਜਦੋਂ ਇਸ ਗੱਲ ਦਾ ਨਿਰਣਾ ਵੀ ਹੋ ਜਾਏਗਾ। ਫਿਰ ਸਾਰ ਸੰਗਤ ਤੋਂ ਵਕਤ ਵੀ ਆ ਗਿਆ। ਦੇਖੋ ਇੱਕ ਤੇ ਰੰਗ ਉਹ ਸੀ ਜਦੋਂ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਸਿੰਘਾਸਨ ਉੱਪਰ ਸਜਦੇ, ਸੀਸ ਉੱਪਰ ਬੜਾ ਕੀਮਤੀ ਚੰਦੋਆ ਤਾਣਿਆ ਜਾਂਦਾ, ਚੌਰ ਬਰਦਾਰ ਚੌਰ ਕਰਦਾ। ਅੱਜ ਦੂਸਰਾ ਰੰਗ ਹੈ, ਤੱਤੀ ਤਵੀ ਉੱਪਰ ਬੈਠੇ ਨੇ, ਸੀਸ 'ਤੇ ਚੌਰ ਨਹੀਂ ਹੋ ਰਿਹਾ, ਬਲਕਿ ਤੱਤੀ ਰੇਤ ਸੀਸ ਵਿੱਚ ਪਾਈ ਜਾ ਰਹੀ ਹੈ। ਕਿੱਥੇ ਤੇ ਇਹ ਰੰਗ ਸੀ ਉਹਨਾਂ ਦੇ ਸੱਚਖੰਡ ਦਰਬਾਰ ਦੇ ਵਿੱਚ, ਉਹਨਾਂ ਦੇ ਇਰਦ ਗਿਰਦ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਹਿਲੋ, ਭਾਈ ਸਾਲੋ, ਭਾਈ ਜੇਠਾ, ਭਾਈ ਪਿਰਾਣਾ, ਭਾਈ ਲੰਗਾ, ਵਿਧੀ ਚੰਦ ਇਤਿਆਦਿਕ ਬ੍ਰਹਮ ਗਿਆਨੀ ਸਿੱਖ ਇਸ ਤਰ੍ਹਾਂ ਬੈਠੇ ਸ਼ੋਭਾ ਪਾਉਂਦੇ, ਮਾਨੋ ਚੰਦਰਮਾ ਨੂੰ ਪਰਿਵਾਰ ਲੱਗਿਆ ਹੋਵੇ। ਉਹਨਾਂ ਦੇ ਦਰਬਾਰ 'ਚ ਗੁਰਬਾਣੀ ਦਾ ਅੰਮ੍ਰਿਤਮਈ, ਗੁਰਬਾਣੀ ਦਾ ਸ਼ਾਂਤਦਾਇਕ ਕੀਰਤਨ ਹੁੰਦਾ। ਦੂਰ ਤੱਕ ਸ਼ਾਮਿਆਨੇ ਤਾਣੇ ਹੁੰਦੇ। ਇੱਕ ਪਾਸੇ ਮਾਈ ਲੋਕ, ਦੂਜੇ ਪਾਸੇ ਭਾਈ ਲੋਕ ਬੈਠ ਕੇ ਨੇਤਰਾਂ ਨਾਲ ਗੁਰੂ ਕੇ ਦੀਦਾਰ ਕਰਦੇ, ਕੰਨਾਂ ਨਾਲ ਗੁਰੂ ਕੀ ਪਵਿੱਤਰ ਬਾਣੀ ਸੁਣਦੇ। ਉਹਨਾਂ ਦੇ ਸੱਚਖੰਡ ਦਰਬਾਰ ਦੀ ਸ਼ੋਭਾ ਸਵਰਗ ਦੇ ਰਾਜ ਇੰਦਰ ਦੇ ਦਰਬਾਰ ਨੂੰ ਵੀ ਮਾਤ ਪਾ ਦਿੰਦੀ। ਇੱਥੇ ਇਹ ਰੰਗ ਸੀ। ਕਿੱਥੇ ਸਤਿਗੁਰੂ ਜੀ ਉਸ ਦੀਵਾਨ ਚੰਦੂ ਦੀ ਹਵੇਲੀ ਵਿੱਚ ਨੇ, ਜਿਹੜੇ ਨਾਲ ਸਿੱਖ ਗ੍ਰਿਫਤਾਰ ਕੀਤੇ ਨੇ, ਉਹਨਾਂ ਨੂੰ ਵੀ ਮੁਸ਼ਕਾਂ ਦਿੱਤੀਆਂ ਨੇ, ਕੋਈ ਪਾਸ ਨਹੀਂ ਆ ਸਕਦਾ। ਔਰ ਤਸੀਹੇ ਤੇ ਤਸੀਹੇ ਦੇਈ ਜਾ ਰਿਹਾ ਹੈ। ਕਦੀ ਸਤਿਗੁਰੂ ਜੀ ਨੂੰ ਤੱਤੀ ਤਵੀ ਉੱਪਰ ਬੈਠਣਾ ਪੈਂਦਾ ਹੈ, ਕਦੀ ਉਬਲਦੀ ਦੇਗ ਵਿੱਚ ਬੈਠ ਜਾਂਦੇ ਨੇ। ਸਾਰ ਸੰਗਤ ਇਹ ਵੀ ਰੰਗ ਹੈ। ਪਰ ਜਿਹੜੀ ਉਹਨਾਂ ਦੀ ਅਵਸਥਾ ਹੈ, ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਿਰਵੈਰਣ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਜੇ ਪ੍ਰਮਾਤਮਾ ਨੇ, ਅਕਾਲ ਪੁਰਖ ਵਾਹਿਗੁਰੂ ਨੇ ਦੁਨੀਆ ਦੀਆਂ ਵਡਿਆਈਆਂ ਜਾਂ ਆਮ ਨਿਸ਼ਾਨ ਬਖਸ਼ ਦਿੱਤੀ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਭੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੂਖ ਮੰਦਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਢੋਵਾ, ਜੋ ਦੇਵੈ ਸੋ ਖਾਈ। ਉਹ ਸਾਰ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਸਤੇ ਇਹ ਗੱਲਾਂ ਕੇਵਲ ਕਹਿਣ ਮਾਤਰ ਦੀਆਂ ਨਹੀਂ ਸਨ। ਉਹਨਾਂ ਦੇ ਮਹਾਨ ਪਵਿੱਤਰ, ਉਹਨਾਂ ਦੇ ਆਦਰਸ਼ਕ ਜੀਵਨ ਵਿੱਚ ਦੇਖੀਆਂ ਜਾ ਸਕਦੀਆਂ ਨੇ। ਬੈਠੇ ਨੇ ਤੱਤੀ ਤਵੀ ਦੇ ਉੱਪਰ, ਰਸਨਾ ਤੋਂ ਉਚਾਰਨ ਹੋ ਰਿਹਾ ਹੈ,
हर का नाम हृदय नित ध्याई। संगी साथी सगल तराई, गुर मेरे संग सदा है नाले। सिमरत सिमरत तिस सदा संभाले, तेरा किया मीठा लागै। हर नाम पदार्थ नानक मांगै। तती रेत सीस विच पै रही है, पर आप कोई गिला नहीं कर रहे, उलामा नहीं दे रहे अकाल पुरख वाहिगुरू नूं कि अकाल पुरख तैं मैनूं किहो जी ਪ੍ਰੀਖਿਆ ਵਿੱਚ ਪਾ ਦਿੱਤਾ है। उलामा देना तो जाणदे ही नहीं। उलाहनो मैं काहूँ ना दियो, मन मीठ तुहारो कियो। की कह रहे ने, तिसका किया सब प्रवान। गुर प्रसाद नानक ਇਹ ਜਾन। सार संग सारी रंग आपे हर एक रंग है। आपे बहु रंगी जो तिस भावै नानका। उन्हां वास्ते तां जो तिस भावै नानका, साई गल चंगी। मिठा लगदा साहिब तेरा भाणा जी, मिठा लगदा, मिठा लगदा साहिब तेरा भाणा जी, मिठा लगदा। सार संगत किसी आदर्श वास्ते धन गुरु अर्जन देव जी महाराज ने ते महान पवित्र बड़ी उदूती बड़ी लासानी कुर्बानी जीती। अपना शरीर रूपी ठीकरा हिंदुस्तान के उस वक्त के तोसवी बादशाह जहांगीर के सिर भन्निया। उन्होंने कीते उपकारां नूं, उन्हों की कीती कुर्बानी नूं अज समुचा सिख जगत दुनिया के जिस कोने में भी बैठा है बड़ी शरधा
ਔਰ ਕ੍ਰਿਤਗਤਾ ਦੇ ਨਾਲ ਯਾਦ ਕਰ ਰਿਹਾ ਹੈ। ਇਸੇ ਜੋੜ ਮੇਲੇ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਪਿਛਲੇ ਕਈ ਰੋਜ਼ ਤੋਂ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰਬਾਣੀ ਦੇ ਕੀਰਤਨ ਦੁਆਰਾ, ਗੁਰਮਤਿ ਦੀਆਂ ਵਿਚਾਰਾਂ ਦੁਆਰਾ, ਗੁਰੂ ਕੇ ਪਵਿੱਤਰ ਜਸ ਦੁਆਰਾ ਸਤਿਗੁਰੂ ਜੀ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਆਪਣਾ ਸਮਾਂ ਔਰ ਸਵਾਸ ਸਭ ਲਈ ਬਣਾਏ ਨੇ। ਆਓ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ। ਸਭ ਗੁਰਮੁਖ ਮਾਈ ਭਾਈ ਸ੍ਰੀ ਆਨੰਦ ਸਾਹਿਬ ਔਰ ਗੁਰੂ ਸੂਤਰ ਦਾ ਗਾਇਨ ਕਰੋ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਬਦੋ ਤਾਂ ਗਾਵੋ ਹਰੀ ਕੇਰਾ ਅੰਜਨੀ ਵਸਾਇਆ। ਹਰ ਨਾਲ ਰਹਾ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਤੇਰਾ ਕਾਰਜ ਸਭ ਸਵਾਰਨਾ। ਨਾਨਕ ਮਨ ਮੇਰੇ ਸਦਾ ਹਰ ਨਾਲੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਖਾਤਾ ਨਾਮ ਮੇਰਾ ਆਧਾਰੋ ਖਾਤ ਨਾਮ ਆਧਾਰ ਮੇਰਾ। ਇਹਨੂੰ ਪੁਕਾਰ ਸਭ ਗਵਾਈਆਂ। ਨਾਨਕ ਸੁਣੋ ਸੰਤੂ ਸ਼ਬਦ ਤਰੋ ਪਿਆਰੋ। ਪੰਤ ਦੂਤ ਪੁਰਵਸ ਕੀਤੇ ਗਾਲ ਗੰਢ ਮਾਰਿਆ। ਅਣਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਅੰਤ ਸਾਧਨ ਭਏ ਸਰਦੇ ਪੂਰੇ ਮੁਰਦੇ ਨਾਣੀ। ਲੋਕ ਪਾਵਨ ਪਾਣੀ ਵਿਦਾ ਮਾਤਾ ਧਰਤ ਮਹਾਸ। ਕਰਮੀ ਆਪੋ ਆਪਣੀ ਨਿੜਾ ਦੂਰ। ਧਨ ਹੈ ਧਨ ਹੈ ਧਨ ਹੈ ਗੁਰੂ ਨਾਨਕ ਸਾਹਿਬ ਧਨ ਹੈ। ਧਨ ਹੈ ਧਨ ਹੈ ਗੁਰੂ ਅੰਗਦ ਸਾਹਿਬ ਜੀ ਧਨ ਹੈ।
ਧਨ ਹੈ ਗੁਰੂ ਰਾਮਦਾਸ ਜੀ ਧਨ ਹੈ ਰਾਮਦਾਸ ਜੀ ਧਨ ਧਨ ਹੈ ਧਨ ਹੈ ਗੁਰੂ ਅਰਜਨ ਸਾਹਿਬ ਧਨ ਹੈ ਧਨ ਹੈ ਗੁਰੂ ਹਰਗੋਬਿੰਦ ਸਾਹਿਬ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ ਧਨ ਹੈ ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ ਧਨ ਹੈ ਧਨ ਹੈ ਗੁਰੂ ਤੇਗ ਬਹਾਦਰ ਧਨ ਹੈ ਤੇਗ ਬਹਾਦਰ ਧਨ ਹੈ ਗੁਰੂ ਗੋਬਿੰਦ ਸਿੰਘ ਜੀ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ ਧਨ ਹੈ ਗੁਰੂ ਗ੍ਰੰਥ ਖਾਲਸਾ ਧਨ ਹੈ ਤੇਰਾ ਪੰਥ ਖਾਲਸਾ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ ਵਾਹਿਗੁਰੂ ਬੋਲ ਕਦੇ ਨਾ ਡੋਲ 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 ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਪਿਆਰਾ ਲਗੇ ਵਾ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰਾ ਦੁਸ਼ਨਾ ਲਗੇ ਵਾ ਬੋਲ ਪਿਆਰਿਆ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਬੋਲ ਕਦੇ ਨਾ ਡੋਲ ਵਾਹਿਗੁਰੂ ਬੋਲ ਕਦੇ ਨਾ ਡੋਲ
ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਸੰਗਤ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭਗਵਾਨ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।